हालेलुया, खुदा दा शुक्र है इस टाइम ਲਈ। आज है संडे 20 ਸਤੰਬਰ ਤੇ ਜੋ ਅਸੀਂ ਗੱਲ ਕਰਾਂਗੇ ਇਹ ਖੁਦਾ ਨੇ ਅਸਲ 'ਚ ਜੁਲਾਈ 'ਚ ਮੇਰੇ ਦਿਲ ਤੇ ਪਾਇਆ ਸੀ ਕਿ ਅਸਾਂ ਇਹ ਗੱਲ ਕਰਨੀ ਹੈ, ਲੇਕਿਨ ਟਾਈਮ ਨਹੀਂ ਮਿਲਿਆ, ਮੌਕਾ ਨਹੀਂ ਮਿਲਿਆ ਨਾ, ਤੇ ਹੁਣ ਮੈਂ ਕੋਸ਼ਿਸ਼ ਕੀਤੀ ਕਿ ਹਾਂ ਅਸੀਂ ਇਹਦੇ ਤੇ ਗੱਲ ਕਰੀਏ ਨਾ। ਤੇ ਅਸੀਂ ਕਿਸ ਸ਼ੈ ਦੇ ਬਾਰੇ 'ਚ ਗੱਲ ਕਰਾਂਗੇ ਅੱਜ, ਉਹ ਹੈ ਜੋ ਚਰਚ 'ਚ ਗੈਰ ਜ਼ੁਬਾਨਾਂ 'ਚ ਹੁੰਦੇ ਨੇ ਗੱਲਬਾਤ, ਹੈ ਨਾ, ਇਹਦੇ ਬਾਰੇ 'ਚ। ਸਹੀ, ਪਹਿਲੇ ਅਸੀਂ ਦੇਖਾਂਗੇ ਕਿ ਜੋ ਖੁਦਾ ਪਾਕ ਰੂਹ ਦੀ ਜੋ ਕੁਦਰਤ ਹੈ ਸਾਡੀ ਜ਼ਿੰਦਗੀ 'ਚ, ਸਾਡੀ ਆਮ ਜ਼ਿੰਦਗੀ 'ਚ, ਉਹਦੇ ਬਾਰੇ 'ਚ ਪਹਿਲਾਂ ਗੱਲ ਕਰਾਂਗੇ ਨਾ। ਜੋ ਪਾਕ ਰੂਹ ਕੰਮ ਕਰਦਾ ਹੈ ਨਾ, ਸੁਪਰਨੈਚੁਰਲ ਜੋ ਅਸੀਂ ਕਹਿੰਦੇ ਹਾਂ, ਜੋ ਆਮ ਜ਼ਿੰਦਗੀ ਤੋਂ ਬਾਹਰ ਹੈ, ਹੈ ਨਾ, ਜੋ ਉਹ ਕੰਮ ਕਰਦਾ, ਉਹਦੇ ਬਾਰੇ 'ਚ ਅਸੀਂ ਗੱਲ ਕਰਾਂਗੇ। ਇਹਦੇ ਇਲਾਵਾ ਅਸੀਂ ਗੱਲ ਕਰਾਂਗੇ ਕਿ ਪਾਕ ਰੂਹ ਦੀ ਤਾਕਤ, ਮੁਖਾਲਫਤ, ਇਨਵੋਲਵਮੈਂਟ, ਮਦਾਖਲਤ, ਹੈ ਨਾ, ਪਾਕ ਰੂਹ ਦੀ ਮਦਾਖਲਤ ਸਾਡੀ ਜ਼ਿੰਦਗੀ 'ਚ ਉਹ ਕਿਉਂ ਇੰਨੀ ਜ਼ਰੂਰੀ ਹੈ। ਅੱਛਾ, ਪਾਕ ਰੂਹ ਦਾ ਕੰਮ, ਹੈ ਨਾ। ਬਹੁਤ ਚਰਚਿਸ ਨੇ, ਬਹੁਤ ਲੋਕੀ ਨੇ ਮਸੀਹੀ, ਉਹ ਕਹਿੰਦੇ ਨੇ ਕਿ ਹੈ ਨਾ ਪਾਕ ਰੂਹ ਹੈ, ਉਹ ਸਾਡੇ ਅੰਦਰ ਹੈ, ਤੇ ਹੈ ਨਾ ਪਾਕ ਰੂਹ ਸਾਡਾ ਹੌਸਲਾ बढ़ाਉਂਦਾ ਹੈ, ਪਾਕ ਰੂਹ ਸਾਨੂੰ ਯਾਦ ਕਰਾਉਂਦਾ ਹੈ, ਸਾਨੂੰ ਗਾਈਡ ਕਰਦਾ ਹੈ। ਲੇਕਿਨ ਉਹਦੇ ਇਲਾਵਾ ਕਹਿੰਦੇ ਨੇ ਕਿ ਜੋ ਮੌਜਜ਼ੇ ਨੇ ਉਹ ਨਹੀਂ ਹੁੰਦੇ, ਪਾਕ ਰੂਹ ਇੰਜ ਦਾ ਕੰਮ ਨਹੀਂ ਕਰਦਾ ਅੱਜ ਕੱਲ੍ਹ। ਯਸੂ ਦੇ ਦੌਰ 'ਚ ਕਰਦਾ ਸੀ, ਲੇਕਿਨ ਹੁਣ ਨਹੀਂ ਕਰਦਾ। ਕਹਿੰਦੇ ਨੇ ਕਿ ਪਾਕ ਰੂਹ ਸਾਨੂੰ ਕੋਈ ਨਈ ਗੱਲ ਨਹੀਂ ਦੱਸਦਾ, ਜੋ ਵੀ ਸਾਨੂੰ ਜਾਣਨ ਦੀ ਲੋੜ ਹੈ ਉਹ ਕਲਾਮ 'ਚ ਲਿਖਿਆ, ਤੇ ਪਾਕ ਰੂਹ ਕੁਝ ਹੋਰ ਨਵਾਂ ਨਹੀਂ ਦੱਸਦਾ ਸਾਨੂੰ। ਤੇ ਜਿਵੇਂ ਪਾਸਟਰਸ, ਹੈ ਨਾ, ਜਾਂ ਕੋਈ ਵੀ ਪ੍ਰਚਾਰਕ, ਉਹ ਹੈ ਨਾ ਪ੍ਰਚਾਰ ਕਰਦੇ ਹੋਏ ਕਹੇਗਾ ਕਿ ਖੁਦਾ ਮੈਨੂੰ ਦੱਸਣ ਡਿਆ ਕਿ ਇੱਥੇ ਕੋਈ ਹੈ ਜਿਹਦੇ ਕੋਲ ਇਹ ਬਿਮਾਰੀ ਹੈ ਜਾਂ ਉਹ ਬਿਮਾਰੀ ਹੈ, ਹੈ ਨਾ, ਤੇ ਫਿਰ ਹੈ ਨਾ ਪਾਕ ਰੂਹ ਨੂੰ ਦੱਸਦਾ ਹੈ। ਇੰਜ ਦੇ ਮਸੀਹੀ ਬਹੁਤ ਲੋਕੀ ਕਹਿਣਗੇ ਕਿ ਨਹੀਂ, ਇਹ ਬਸ ਸ਼ੈਤਾਨ ਨਾਲ, ਹੈ ਨਾ, ਜਾਂ ਐਵੇਂ ਝੂਠ ਬੋਲਣ ਡਿਆ। ਕਹਿੰਦੇ ਕਿ ਪਾਕ ਰੂਹ ਇੰਜ ਅੱਜ ਕੱਲ੍ਹ ਨਹੀਂ ਕੰਮ ਕਰਦਾ, ਹੈ ਨਾ। ਤੇ ਨਾਲੇ ਉਹ ਕਹਿੰਦੇ ਨੇ ਗੈਰ ਜ਼ੁਬਾਨਾਂ ਉਹ ਵੀ ਅੱਜ ਦੇ ਦੌਰ ਲਈ ਨਹੀਂ ਹਨ। ਜਦੋਂ ਯਸੂ ਸੀ, ਮਤਲਬ ਜਦੋਂ ਕਲੀਸਿਆ ਸ਼ੁਰੂ ਹੋਈ ਸੀ, ਉਸੇ ਵੇਲੇ ਲੋੜ ਸੀ ਗੈਰ ਜ਼ੁਬਾਨਾਂ ਦੀ, ਲੇਕਿਨ ਹੁਣ ਨਹੀਂ ਹੈ ਲੋੜ, ਇੰਝ ਕਹਿੰਦੇ ਨੇ ਲੋਕੀ। ਲੇਕਿਨ ਅਸੀਂ ਇਹਦੇ ਬਾਰੇ 'ਚ ਗੱਲ ਕਰਾਂਗੇ। ਸਹੀ, ਤੇ ਪਹਿਲੀ ਜਿਹੜੀ ਆਇਤ ਅਸੀਂ ਵੇਖਾਂਗੇ, ਇੱਕ ਆਇਤ ਅਸੀਂ ਛੋਟੀ ਜਿਹੀ ਵੇਖਾਂਗੇ, ਤੇ ਇਹ ਹੈ ਕਰੰਥੀਆਂ ਦੇ ਨਾਮ ਪਹਿਲਾ ਖਤ ਪੌਲੁਸ ਰਸੂਲ ਦਾ, ਉਹਦਾ 12 ਅਧਿਆਇ। ਤੇ ਮੈਂ ਚਾਹੁੰਦਾ ਦੀਪਕ ਭਾਈ ਤੁਸੀਂ ਪੜ੍ਹੋ। ਦੀਪਕ ਭਾਈ 12 ਅਧਿਆਇ ਦੀ ਪਹਿਲੀ ਆਇਤ। हे ਭਰਾਵੋ, ਮੈਂ ਨਹੀਂ ਜਾਣਦਾ ਜੋ ਤੁਸੀਂ ਆਤਮਿਕ ਦਾਨਾਂ ਦੇ ਵਿਖੇ ਅਣਜਾਣ ਰਹੋ। ਆਮੀਨ ਆਮੀਨ। ਬਸ ਚਾਹੁੰਦਾ ਹਾਂ, ਜਾਣਦਾ ਨਹੀਂ, ਚਾਹੁੰਦਾ, ਹੈ ਨਾ। ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਅਣਜਾਣ ਰਹੋ। ਤੇ ਪਹਿਲੀ ਗੱਲ ਇੱਥੇ ਅਸੀਂ ਕੀ ਵੇਖਣ ਡਿਆ, ਖੁਦਾ ਨਹੀਂ ਚਾਹੁੰਦਾ ਕਿ ਜੋ ਆਤਮਿਕ ਵਰਦਾਨ ਨੇ, ਕਿ ਜੋ ਪਾਕ ਰੂਹ ਦੇ ਤੋਹਫੇ ਨੇ, ਪਾਕ ਰੂਹ ਦੀ ਮਦਾਖਲਤ ਸਾਡੀ ਜ਼ਿੰਦਗੀ 'ਚ, ਸਾਡੀ ਕਲੀਸਿਆ 'ਚ, ਕਿ ਪਾਕ ਰੂਹ ਕਿੰਜੇ ਕਰਦਾ ਹੈ ਨਾ, ਉਹ ਕਦੋਂ ਕਰਦਾ, ਕਿਉਂ ਕਰਦਾ, ਕਿਹਦੇ ਦੁਆਰਾ ਕਰਦਾ ਨਾ, ਕੀ ਸਾਨੂੰ ਦੱਸਦਾ ਹੈ ਨਾ। ਇਹ ਜੋ ਪਾਕ ਰੂਹ ਜੋ ਕੰਮ ਕਰਦਾ ਇੰਜੇ ਦੇ, ਪੌਲੁਸ ਕਹਿੰਦੇ ਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਅਣਜਾਣ ਹੋਵੋ ਇਹਨਾਂ ਦੇ ਉੱਤੇ, ਇਹਨਾਂ ਦੇ ਬਾਰੇ 'ਚ। ਬਹੁਤ ਮਸੀਹੀ, ਤੇ ਮੈਨੂੰ ਪਤਾ ਹੈ ਬਹੁਤ ਦੇਰ ਲਈ ਮੈਂ ਵੀ, ਮੈਨੂੰ ਨਹੀਂ ਪਤਾ ਸੀ ਕਿ ਕਿੰਜੇ ਕੰਮ ਕਰਦੇ ਨੇ ਨਾ, ਤੇ ਕਦੋਂ ਇਸਤੇਮਾਲ ਹੁੰਦੇ ਨੇ। ਆਮੀਨ। ਜਾਣਨਾ ਚਾਹੁੰਦੇ ਹਾਂ, ਅੱਜ ਸਿੱਖਣਾ ਚਾਹੁੰਦੇ ਹਾਂ। ਪੌਲੁਸ ਰਸੂਲ 12 ਅਧਿਆਇ ਦੀ ਪਹਿਲੀ ਆਇਤ 'ਚ ਸਾਨੂੰ ਦੱਸਦਾ ਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਅਣਜਾਣ ਹੋਵੋ। ਤੇ ਫਿਰ ਪੂਰਾ 12 ਅਧਿਆਇ, 13 ਅਧਿਆਇ ਤੇ ਫਿਰ 14 ਅਧਿਆਇ, ਇਹ 3 ਅਧਿਆਇ ਇਸਤੇਮਾਲ ਕਰਦਾ ਸਾਨੂੰ ਸਿਖਾਉਣ ਲਈ ਆਤਮਿਕ ਵਰਦਾਨ ਦੇ ਬਾਰੇ 'ਚ,
ਤਾਂ ਕਿ ਅਸੀਂ ਅਣਜਾਣ ਨਾ ਹੋਈਏ, ਤਾਂ ਕਿ ਅਸੀਂ ਜਾਣਕਾਰੀ ਪਾਈਏ। ਆਮੀਨ। ਤੇ ਪਹਿਲਾਂ ਅਸੀਂ ਇਹ ਕਰਾਂਗੇ ਥੋੜੀ ਦੇਰ ਲਈ। ਐਕਚੁਅਲੀ ਪੂਰਾ ਮੈਸੇਜ ਇਹੀ ਹੋਏਗਾ, ਅਸੀਂ ਜਾਣਕਾਰੀ ਪਾਵਾਂਗੇ। ਪੌਲੁਸ ਰਸੂਲ ਉਹ ਸਾਰੇ ਆਤਮਿਕ ਵਰਦਾਨ ਜਿਹੜੇ ਨੇ ਉਹਨਾਂ ਤੇ ਗੱਲਬਾਤ ਕਰਦੇ, ਲੇਕਿਨ ਅਸੀਂ ਪਹਿਲਾਂ ਬਸ ਥੋੜੀ ਜਿਹੀ ਗੱਲ ਕਰਾਂਗੇ ਤੇ ਫਿਰ ਅਸੀਂ ਧਿਆਨ ਕਰਾਂਗੇ ਗੈਰ ਜ਼ੁਬਾਨਾਂ ਤੇ। ਸਹੀ। ਤੇ ਬਹੁਤ ਮਸੀਹੀ ਉਹ ਅਣਜਾਣ ਨੇ, ਜਿਵੇਂ ਕਰੰਥੀਆਂ ਦੇ ਕਲੀਸਿਆਂ ਦੇ ਲੋਕੀ ਉਹ ਅਣਜਾਣ ਸੀ ਕਿ ਪਾਕ ਰੂਹ ਕਿੰਜੇ ਕੰਮ ਕਰਦਾ ਹੈ ਨਾ। ਪਾਕ ਰੂਹ ਜੋ ਜਿਵੇਂ ਰਸੂਲਾਂ ਦੇ ਕਰਤੱਵ ਉਹਦੇ ਚ ਅਸੀਂ ਵੇਖਨੇ ਆ ਮੌਜੇ ਹੁੰਦੇ ਸੀ। ਆਮੀਨ। ਅਸੀਂ ਇਹ ਮੌਜਾਂ ਦੇ ਇਲਾਵਾ ਲੋਕਾਂ ਨੂੰ ਮਿਲਦੇ ਸੀ ਪਾਕ ਰੂਹ ਤੋਂ ਕਲਾਮ। ਮੇਰਾ ਕੀ ਮਤਲਬ, ਅਨਾਨਾਇਸ ਤੇ ਸਫਾਇਰਾ ਜੋ ਚਰਚ ਦੇ ਮੈਂਬਰ ਸਨ, ਜਦੋਂ ਆਏ ਸੀ ਪੌਲੁਸ ਰਸੂਲ ਦੇ ਕੋਲ, ਤੇ ਪਾਕ ਰੂਹ ਨੇ ਪੌਲੁਸ ਰਸੂਲ ਨੂੰ ਦੱਸ ਦਿੱਤਾ ਕਿ ਇਹ ਕਿੰਨੇ ਬੰਦੇ ਨੇ, ਕਿ ਇਹਨਾਂ ਨੇ ਝੂਠ ਬੋਲਿਆ। ਪਾਕ ਰੂਹ ਦਾ ਗਿਫਟ ਸੀ, ਵਰਦਾਨ ਸੀ, ਉੱਥੇ ਕੰਮ ਕਰਨ ਡਿਆ। ਇੱਕ ਦੂਜੇ ਵਾਕਿਆ ਤੇ ਲੱਗਦਾ ਪਤਰਸ ਸੀ ਜਾਂ ਪੌਲੁਸ ਸੀ, ਜੋ ਇੱਕ ਸੀ ਜਾਦੂਗਰ ਐਲਮਾਇਸ। ਪਤਰਸ ਨਾਲ ਸੀ, ਪੌਲੁਸ ਰਸੂਲ ਨਾਲ? ਅੱਛਾ, ਇੱਕ ਦੂਜਾ ਜਾਦੂਗਰ ਸੀ, ਉਹਦੇ ਉੱਤੇ ਪੌਲੁਸ ਰਸੂਲ ਨੇ ਪਤਰਸ ਨੇ ਜਾਂ ਕਿਸੇ ਨੇ ਵੀ ਉਹਨੇ ਇੱਕ ਲਾਨਤ ਦੀ ਤਰ੍ਹਾਂ ਦਿੱਤੀ ਤੇ ਉਹਦੇ ਉੱਤੇ ਇੱਕ ਬਾਦਲ ਛਾ ਗਿਆ ਤੇ ਉਹ ਅੰਨਾ ਹੋ ਗਿਆ, ਹਨਾ। ਇਹਦੇ ਇਲਾਵਾ ਅਸੀਂ ਵੇਖਨੇ ਆ ਕਿ ਬਹੁਤ ਮੌਜੇ ਹੁੰਦੇ ਸੀ, ਹਨਾ, ਜੋ ਅਜੀਬ ਗੱਲਾਂ, ਹਨਾ, ਪਾਕ ਰੂਹ ਦੀ ਮਦਾਖਲਤ ਅਸੀਂ ਵੇਖਨੇ ਆ। ਯਸੂ ਦੀ ਜ਼ਿੰਦਗੀ 'ਚ ਯਸੂ ਚਲਦੇ ਫਿਰਦੇ ਪਾਕ ਰੂਹ ਦੱਸਦਾ ਸੀ ਕਿ ਇਹ ਲੋਕੀ ਕੀ ਸੋਚਣ ਦੇ ਨੇ। ਪਾਕ ਰੂਹ ਦੱਸਦਾ ਸੀ ਕਿ ਇਹਦੀ ਬਿਮਾਰੀ ਕੀ ਹੈ, ਕਿ ਇਹਦੇ ਕੋਲ ਈਮਾਨ ਹੈ ਸ਼ਿਫਾ ਪਾਉਣ ਲਈ, ਹਨਾ। ਇਹ ਪਾਕ ਰੂਹ ਜੋ ਮਸੀਹੀ ਸਨ ਸ਼ੁਰੂ ਦੀ ਕਲੀਸਿਆ 'ਚ, ਉਹ ਪਾਕ ਰੂਹ ਜਿਵੇਂ ਅਸੀਂ ਗੱਲਬਾਤ ਕਰਨ ਡਿਆ, ਹਨਾ। ਮੈਂ ਆਂਟੀ ਕੁਲਿੰਦਰ ਨੂੰ ਕੁਝ ਦੱਸਣ ਡਿਆ, ਆਂਟੀ ਮੈਨੂੰ ਕੁਝ ਦੱਸਣ ਡਿਆ, ਮੈਂ ਸੁਣਨ ਡਿਆ, ਮੈਨੂੰ ਸਮਝ ਆਉਣ ਡਿਆ। ਇੰਝ ਸ਼ੁਰੂ ਦੀ ਕਲੀਸਿਆ 'ਚ ਮਸੀਹੀ ਕਿੰਝ ਦੇ ਸੀ ਕਿ ਉਹ ਪਾਕ ਰੂਹ ਦੀ ਆਵਾਜ਼ ਸਾਫ਼ ਸੁਣਦੇ ਸੀ, ਤੇ ਉਹ ਮੌਜੇ ਬਹੁਤ ਵੇਖਦੇ ਸੀ, ਤੇ ਪਾਕ ਰੂਹ ਦੇ ਵਰਦਾਨ ਉਹ ਹੁੰਦੇ ਸੀ ਕਲੀਸਿਆ 'ਚ। ਤੇ ਅਸੀਂ ਉਹਦੇ ਬਾਰੇ 'ਚ ਗੱਲ ਕਰਾਂਗੇ, ਤੇ ਅਸੀਂ ਵੀ ਵੇਖਣਾ ਚਾਹੁੰਦੇ ਆ ਆਪਣੀ ਕਲੀਸਿਆ 'ਚ। ਆਮੀਨ। ਵੇਖਣਾ ਚਾਹੁੰਦੇ ਆ ਨਾ ਕਿ ਪਾਕ ਰੂਹ ਕਿੰਜੇ ਕੰਮ ਕਰਨ ਡਿਆ। ਅਸੀਂ ਵੇਖਨੇ ਆ ਮਤਲਬ ਦੂਜੇ ਤਰੀਕੇ 'ਚ ਕਿ, ਹਨਾ, ਉਹ ਸਾਡੇ ਦਿਲ 'ਚ ਕੋਈ ਆਇਤ ਪਾਉਂਦਾ ਜਾਂ ਕੋਈ ਸਾਨੂੰ ਗਵਾਹੀ ਯਾਦ ਕਰਾਉਂਦਾ, ਹਨਾ, ਇੰਝ ਦੀ ਸ਼ੈਵਾਂ। ਲੇਕਿਨ ਜੋ ਪਾਕ ਰੂਹ ਦੇ ਵਰਦਾਨ ਨੇ, ਇਹ ਪਾਕ ਰੂਹ ਦੇ ਹੋਰ ਕੰਮ ਕਰਨ ਦੇ ਤਰੀਕੇ ਨੇ। ਸਹੀ। ਅਸੀਂ ਵੇਖ ਲਈਏ ਪਹਿਲਾਂ ਕਿ ਕੀ ਨੇ ਇਹ ਗਿਫਟਸ। ਇਹ ਗਿਫਟਸ ਨੇ 12 ਅਧਿਆਏ। ਦੀਪਕ ਭਾਈ ਪੜੋ 12 ਅਧਿਆਏ। ਸਲਾਮ ਅੰਕਲ ਸ਼ਕੀਲ। ਅਸੀਂ ਵੇਖਣ ਡਿਆ ਪਹਿਲਾ ਕਰੰਥੀਆਂ ਦੇ ਨਾਂ ਪਹਿਲਾ ਖਤ, ਇਹ 12 ਅਧਿਆਏ ਤੇ ਇਹਦੀ 7 ਆਇਤ। 7 ਆਇਤ ਤੋਂ 11 ਆਇਤ, ਤਾਂ ਕਿ ਅਸੀਂ ਵੇਖ ਲਈਏ ਕਿ ਕੀ ਨੇ ਵਰਦਾਨ। ਓਕੇ। ਪਰ ਆਤਮਾ ਦਾ ਪ੍ਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ, ਇੱਕ ਨੂੰ ਦਿੱਤਾ ਜਾਂਦਾ ਹੈ। ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ ਅਤੇ ਦੂਏ ਨੂੰ ਉਸੇ ਆਤਮਾ ਦੇ ਅਨੁਸਾਰ ਵਿਦਿਆ ਦੀ ਗੱਲ, ਅਤੇ ਹੋਰ ਕਿਸੇ ਨੂੰ ਉਸ ਆਤਮਾ ਤੋਂ ਨਿਚਾ ਅਤੇ ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਨਿਰੋਇਆ ਕਰਨ ਦੀਆਂ ਦਾਤਾਂ, ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀਆਂ ਸਮਰੱਥਾਂ, ਅਤੇ ਹੋਰ ਕਿਸੇ ਨੂੰ ਅਗਮ ਵਾਕ, ਅਤੇ ਹੋਰ ਕਿਸੇ ਨੂੰ ਆਤਮਾ ਦੀ ਪਛਾਣ, ਅਤੇ ਹੋਰ ਨੂੰ ਅਨੇਕ ਪ੍ਰਕਾਰ ਦੀਆਂ ਭਾਸ਼ਾਵਾਂ, ਅਤੇ ਹੋਰ ਕਿਸੇ ਨੂੰ ਭਾਸ਼ਾਵਾਂ ਦਾ ਅਰਥ ਕਰਨਾ। ਪਰ ਉਹ ਇੱਕ ਆਤਮਾ ਉਹ ਸਭ ਕੁਝ ਕਰਦਾ ਹੈ, ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ
ਹਰ ਇੱਕ ਨੂੰ ਇੱਕ ਇੱਕ ਕਰਕੇ ਵੰਡ ਦਿੰਦਾ ਹੈ। ਆਮੀਨ। ਆਮੀਨ ਆਮੀਨ। ਤੇ ਕੋਈ ਮੈਨੂੰ ਦੱਸ ਸਕਦਾ ਕਿ ਕਿੰਨੇ ਵਰਦਾਨਾਂ ਦਾ ਜ਼ਿਕਰ ਹੋਇਆ ਇੱਥੇ? ਹਾਂ 9 ਤੇ 9 ਵਰਦਾਨ ਨੇ, ਹਨਾ? ਤੇ ਇਹ ਕਲੀਸਿਆ 'ਚ ਕੰਮ ਕਰਦੇ ਨੇ। ਤੁਸੀਂ ਗੌਰ ਕਰੋ, ਮੈਂ ਕਹਿਣ ਡਿਆ ਕਲੀਸਿਆ 'ਚ ਕਿ ਜਦੋਂ ਮਸੀਹੀ ਇਕੱਠੇ ਹੋਏ ਨੇ ਉਸ ਤੌਰ ਤੇ ਉਸ ਵੇਲੇ ਇਹ ਕੰਮ ਕਰਦੇ ਨੇ, ਹਨਾ? ਇਹ ਚਰਚ 'ਚ ਨਹੀਂ। ਅਗਰ ਤੁਸੀਂ ਕਈ ਬਾਹਰ ਹੋ ਦੂਜੇ ਮਸੀਹੀਆਂ ਨਾਲ, ਕਈ ਹੋਰ ਹੋ, ਲੇਕਿਨ ਜਦੋਂ ਮਸੀਹੀ ਇਕੱਠੇ ਹੋਏ ਨੇ ਫਿਰ ਇਹ ਕੰਮ ਕਰਦੇ ਨੇ ਇੱਥੇ। ਅਗਰ ਤੁਸੀਂ ਇਕੱਲੇ ਹੋ ਫਿਰ ਨਹੀਂ। ਸਹੀ। ਤੇ ਪੌਲੁਸ ਰਸੂਲ ਨੇ ਕਿੰਜ ਸ਼ੁਰੂ ਕੀਤਾ? ਲਾਡੀ ਭਾਈ, ਕਿਹੜੀ ਆਇਤ ਨਾਲ ਅਸਾਂ ਸ਼ੁਰੂ ਕੀਤਾ ਸੀ ਮੈਸੇਜ? ਕਿ ਸਾਨੂੰ ਜਿਹੜੀਆਂ ਆਦਤਾਂ ਹੀ ਬੋਲੀਆਂ ਵਾ ਇਹ ਵਰਦਾਨ ਨੇ, ਤੇ ਉਹਨੇ ਕਿਹਾ ਕਿ ਉਹ ਉਹਨਾਂ ਨੂੰ ਸਮਝਾਉਂਦਾ ਹੈ ਕਿ ਕਿਸ ਤਰ੍ਹਾਂ ਇਹ ਕੰਮ ਕਰਦਾ ਵਾ। ਲੇਕਿਨ ਖਾਸ ਗੱਲ ਆਖੀ ਸੀ ਸ਼ੁਰੂ 'ਚ, ਕਿਹੜੀ ਆਇਤ ਵੇਖੀ ਸੀ ਅਸਾਂ ਸ਼ੁਰੂ ਤੋਂ? ਕਰੰਥੀਓ ਦੀ ਪਹਿਲੀ। ਤੇ ਕੀ ਆਖਿਆ ਸੀ ਅਸਾਂ? ਅਸੀਂ ਉਸ 'ਚ ਆਖਿਆ ਸੀ, ਹੈ ਮੇਰੇ ਭਰਾਵੋ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਤਮਕ ਦਾਨਾਂ ਦੇ ਵਿਖੇ ਅਣਜਾਣ ਰਹੋ, ਆਤਮਿਕ ਦਾਤਾ ਤੋਂ ਅਣਜਾਣ ਰਹੋ। ਉਹ ਕਹਿੰਦਾ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਚੀਜ਼ਾਂ ਤੋਂ ਅਣਜਾਣ ਰਹੋ। ਉਹ ਸਮਝਾਉਂਦਾ ਉਹਨਾਂ ਨੂੰ। ਹਾਂ ਬਿਲਕੁਲ, ਅਸੀਂ ਨਹੀਂ ਅਣਜਾਣ ਹੋਣਾ ਚਾਹੁੰਦੇ। ਆਮੀਨ ਜੀ ਆਮੀਨ। ਜਾਣਕਾਰੀ ਪਾਣਾ ਚਾਹੁੰਦੇ ਆ ਇਹਨਾਂ ਦੇ ਬਾਰੇ 'ਚ। ਆਮੀਨ। ਜਦੋਂ ਤੁਸੀਂ ਕਿਸੇ ਚੀਜ਼ ਦੇ ਬਾਰੇ 'ਚ ਨਹੀਂ ਜਾਣਦੇ ਤੇ ਫਿਰ ਕੀ ਹੁੰਦਾ? ਤੁਸੀਂ ਜਾਂ ਉਹਨੂੰ ਨਹੀਂ ਇਸਤੇਮਾਲ ਕਰੋਗੇ ਤੇ ਉਹਦਾ ਫਾਇਦਾ ਨਹੀਂ ਚੁੱਕੋਗੇ, ਜਾਂ ਤੁਸੀਂ ਉਹਨੂੰ ਇਸਤੇਮਾਲ ਕਰੋਗੇ। ਆਮੀਨ। ਕੇਅਰ ਹੋਮ 'ਚ ਇੱਕ ਕੋਈ ਅੰਕਲ ਆਂਟੀਆਂ ਨੇ, ਕੋਈ ਬਾਬੇ, ਉਹਨਾਂ ਕੋਲ ਫੋਨਸ ਨੇ, ਲੇਕਿਨ ਉਹਨਾਂ ਕੋਲ ਨਵੇਂ ਵਾਲੇ ਫੋਨ ਨਹੀਂ ਹਨ, ਹਨਾ? ਜਿਵੇਂ ਸਾਡੇ ਕੋਲ ਆਈਫੋਨ ਨੇ, ਸੈਮਸੰਗ ਨੇ, ਨਹੀਂ, ਉਹਨਾਂ ਕੋਲ ਪੁਰਾਣੇ ਵਾਲੇ ਫੋਨ ਨੇ। ਹਾਂ, ਨੰਬਰਾਂ ਵਾਲੇ, ਬਟਨ ਵਾਲੇ। ਉਹਨਾਂ ਦੇ ਜਿਹੜੇ ਬੱਚੇ ਨੇ, ਉਹਨਾਂ ਨੇ ਆਪਣੇ ਮਾਂ-ਬਾਪ ਲਈ ਆਈਫੋਨ ਕਿਉਂ ਨਹੀਂ ਖਰੀਦਿਆ? ਆਈਫੋਨ 11 ਕਿਉਂ ਨਹੀਂ ਲੈ ਕੇ ਦਿੱਤਾ ਆਪਣੇ 100 ਸਾਲ ਦੀ ਮਾਂ ਨੂੰ? ਹਾਂ, ਉਹ ਅਣਜਾਣ ਨੇ ਕਿ ਕਿੰਜੇ ਕੰਮ ਕਰਦਾ, ਹਨਾ? ਅਗਰ ਇੱਕ 100 ਸਾਲ ਦੀ ਆਂਟੀ ਨੂੰ ਤੁਸੀਂ ਦਵੋ ਆਈਫੋਨ, ਜਾਂ ਉਹਦਾ ਫਾਇਦਾ ਨਹੀਂ ਚੁੱਕੇਗੀ ਸਹੀ ਤਰ੍ਹਾਂ, ਹਨਾ? ਉਹ ਸ਼ਾਇਦ ਬਸ ਕਾਲਾਂ ਕਰ ਸਕੇਗੀ, ਲੇਕਿਨ ਈਮੇਲ, ਬਲੂਟੂਥ, YouTube, WhatsApp ਉਹ ਨਹੀਂ ਇਸਤੇਮਾਲ ਕਰ ਸਕੇਗੀ ਤੇ ਉਹਦਾ ਪੂਰਾ ਫਾਇਦਾ ਨਹੀਂ ਚੁੱਕੇਗੀ, ਉਹ ਇਸਤੇਮਾਲ ਨਹੀਂ ਕਰੇਗੀ। ਤੇ ਦੂਜੀ ਗੱਲ ਕਿਹੜੀ ਸੀ ਜੋ ਮੈਂ ਆਖੀ ਸੀ? ਕੀ ਹੁੰਦਾ ਜਦੋਂ ਤੁਸੀਂ ਕਿਸੇ ਸ਼ੈ ਦੇ ਬਾਰੇ 'ਚ ਅਣਜਾਣ ਹੁੰਦੇ ਹੋ? ਅਗਰ ਤੁਸੀਂ ਕਿਸੇ ਸ਼ੈ ਦੇ ਬਾਰੇ 'ਚ ਅਣਜਾਣ ਹੋ, ਤੁਸੀਂ ਉਹਦਾ ਇਸਤੇਮਾਲ ਨਹੀਂ ਕਰੋਗੇ, ਜਾਂ ਤੁਸੀਂ ਉਹ ਤੇ ਪਹਿਲੀ ਗੱਲ ਹੈ ਨਾ ਕਿ ਤੁਸੀਂ ਉਹਦਾ ਫਾਇਦਾ ਨਹੀਂ ਉਠਾਓਗੇ। ਦੂਜੀ ਗੱਲ ਹੈ ਜਾਂ ਤੁਸੀਂ ਉਹਦਾ ਗਲਤ ਇਸਤੇਮਾਲ ਕਰੋਗੇ। ਅਗਰ ਤੁਸੀਂ 100 ਸਾਲ ਦੀ ਆਂਟੀ ਨੂੰ ਆਈਫੋਨ ਦਵੋ, ਉਹ ਸ਼ਾਇਦ ਆਪਣੀ ਕਾਫੀ ਉਹਦੇ ਉੱਤੇ ਰੱਖੇਗੀ, ਹਨਾ? ਕਿ ਟੇਬਲ ਖਰਾਬ ਨਾ ਹੋਏ, ਸ਼ਾਇਦ ਉਹਦੇ ਲਈ ਇਸਤੇਮਾਲ ਕਰੇਗੀ। ਜਾਂ ਜਦੋਂ ਕਿਤਾਬ ਪੜ੍ਹਨ ਦੀ ਹੈ, ਹਨਾ, ਪੇਪਰ ਨੂੰ ਥੱਲੇ ਰੱਖਣ ਲਈ ਆਈਫੋਨ ਇਸਤੇਮਾਲ ਕਰੇਗੀ। ਜਾਂ ਸਮਝੋ ਜਦੋਂ ਟੋਸਟ ਬਣਾਉਣ ਦੀ ਹੈ ਤੇ ਮੱਖਣ ਸਪਰੈਡ ਕਰਨ ਲਈ ਆਪਣਾ ਆਈਫੋਨ ਇਸਤੇਮਾਲ ਕਰੇਗੀ, ਹਨਾ? ਉਹਦਾ ਗਲਤ ਇਸਤੇਮਾਲ ਹੋਏਗਾ। ਤੇ ਜਦੋਂ ਇੰਜ ਤੁਸੀਂ ਕਰਦੇ ਹੋ, ਤੁਸੀਂ ਨੁਕਸਾਨ ਉਸ ਸ਼ੈ ਨੂੰ, ਆਪਣੇ ਆਪ ਨੂੰ, ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹੋ। ਮੈਂ ਤੇ ਇਸ ਲਈ ਪੌਲੁਸ ਰਸੂਲ ਨਹੀਂ ਚਾਹੁੰਦਾ ਸੀ ਕਿ ਕਰੰਥੀਆ ਦੀ ਕਲੀਸਿਆ ਅਣਜਾਣ ਹੋਏ, ਤੇ ਇਸ ਲਈ ਖੁਦਾ ਨਹੀਂ ਚਾਹੁੰਦਾ ਕਿ ਅਸੀਂ ਅਣਜਾਣ ਹੋਈਏ ਪਾਕ ਰੂਹ ਦੇ ਵਿਧਾਨ ਦੇ ਬਾਰੇ 'ਚ, ਹਨਾ? ਤੇ ਜਿਵੇਂ ਮੈਂ ਆਖਿਆ, ਅਸੀਂ ਗੌਰ ਕਰਾਂਗੇ ਗੈਰ ਜ਼ੁਬਾਨਾਂ ਤੇ ਜਦੋਂ ਮੈਂ ਛੋਟਾ ਸੀ, ਜਵਾਨ ਸੀ, ਤੇ ਮੇਰਾ ਇਹ ਖਿਆਲ ਸੀ ਕਿ ਚਰਚ 'ਚ ਕਦੀ ਨਹੀਂ ਵੇਖਿਆ ਸੀ, ਤੇ ਕਦੀ ਵੀ ਨਹੀਂ ਵੇਖਿਆ ਕਿ ਜਿਵੇਂ ਪੌਲੁਸ ਰਸੂਲ ਕਹਿੰਦਾ ਹੈ ਗੈਰ ਜ਼ੁਬਾਨ ਦੇ ਬਾਰੇ 'ਚ ਕਿ ਪਾਕ ਰੂਹ ਗੈਰ ਜ਼ੁਬਾਨ ਦੇ, ਹਨਾ? ਤੇ ਫਿਰ ਤੁਸੀਂ ਖਲੋ ਕੇ ਦੇਣੀ ਹੈ, ਤੇ ਫਿਰ ਜਾਂ ਤੁਸੀਂ ਜਾਂ ਕਿਸੇ ਹੋਰ ਨੇ ਉਹਦਾ ਤਰਜਮਾ ਦੇਣਾ, ਤੇ ਫਿਰ ਉਹ ਮੈਸੇਜ ਹੋਏਗਾ ਖੁਦਾ ਵੱਲੋਂ ਪੂਰੀ ਕਲੀਸਿਆ ਲਈ, ਹਨਾ? ਇਹ ਮੈਂ ਕਦੀ ਨਹੀਂ ਵੇਖਿਆ ਸੀ।
ਤੇ ਮੇਰਾ ਬਸ ਇਹੀ ਖਿਆਲ ਸੀ ਕਿ ਹਨਾ ਚਲੋ ਪਾਕ ਰੂਹ ਦੀ ਮਰਜ਼ੀ ਹੈ ਕਦੋਂ ਕਰੇ ਹਨਾ, ਕਿਉਂਕਿ ਲਿਖਿਆ ਕਿ ਪਾਕ ਰੂਹ ਦੀ ਮਰਜ਼ੀ ਹੈ ਕਿ ਕਦੋਂ ਉਹ ਦਿੰਦਾ ਹੈ। ਆਮੀਨ। ਤੇ ਮੇਰੇ ਪੂਰੇ 15 ਸਾਲ ਜਦੋਂ ਦਾ ਮੈਂ ਕਲੀਸਿਆ 'ਚ ਹਾਂ, ਪਾਕ ਰੂਹ ਦੀ ਕਦੀ ਮਰਜ਼ੀ ਨਹੀਂ ਹੋਈ ਕਿ ਗੈਰ ਜ਼ੁਬਾਨ ਕਿਸ ਨੂੰ ਦੇ। ਇਹ ਮੈਨੂੰ ਜਦੋਂ ਮੈਂ ਪੜ੍ਹਨਾ ਸ਼ੁਰੂ ਦੀ ਕਲੀਸਿਆ, ਮੈਨੂੰ ਨਹੀਂ ਲੱਗਦਾ ਕਿ ਪਾਕ ਰੂਹ ਕਿ ਇੰਜ ਕੰਮ ਕਰਦਾ ਹੈ। ਮੈਨੂੰ ਇੰਜ ਨਹੀਂ ਲੱਗਦਾ ਕਿ ਇਹ ਪਾਕ ਰੂਹ ਦੀ ਗਲਤੀ ਸੀ ਕਿ ਅਸੀਂ ਇੰਤਜ਼ਾਰ ਕਰਨ ਡਿਆ ਕਿ ਤੁਸੀਂ ਕਿਸ ਨੂੰ ਦਵੋ ਗੈਰ ਜ਼ੁਬਾਨ ਤੱਕ ਅਸੀਂ ਸਿੱਖੀਏ। ਹਨਾ ਸੋਨੂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਹਾਲੇ ਤੱਕ, ਹਨਾ ਕਿਉਂ? ਕਿਉਂਕਿ ਉਹਨੇ ਆਪਣਾ ਟੈਸਟ ਨਹੀਂ ਦਿੱਤਾ। ਹਨਾ ਜਦੋਂ ਟੈਸਟ ਦੇਗਾ ਪਾਸ ਕਰ ਲੇਗਾ ਤਾਂ ਫਿਰ ਉਹਨੂੰ ਲਾਇਸੈਂਸ ਮਿਲ ਜਾਏਗਾ, ਲੇਕਿਨ ਹਾਲੇ ਤੱਕ ਉਹ ਅਣਜਾਣ ਹੈ ਕਿ ਕਿੰਜੇ ਗੱਡੀ ਚਲਾਉਣੀ ਹੈ। ਤੇ ਪਾਸਟਰ ਜੀ ਸੋਨੂ ਨੂੰ ਗੱਡੀ ਖਰੀਦ ਕੇ ਦੇਗਾ ਜਾਂ ਨਹੀਂ? ਕਿਉਂ? ਚਲਾਉਣੀ ਨਹੀਂ ਹੁੰਦੀ। ਤੇ ਕੀ ਹੋਏਗਾ ਅਗਰ ਗੱਡੀ ਦੇ? ਨੁਕਸਾਨ ਹੋਊਗਾ ਗੱਡੀ ਜੋ ਕਿਸੇ ਨੂੰ ਨਾ ਸਕਦਾ, ਗੱਡੀ ਇਹ ਤਾਂ ਜਾਨੀ ਨੁਕਸਾਨ ਹੋ ਸਕਦਾ। ਹਾਂ ਹਨਾ। ਤੇ ਜਦੋਂ ਤੱਕ ਅਗਰ ਸਾਨੂੰ ਨਹੀਂ ਪਤਾ ਕਿ ਕਿੰਜੇ ਕੰਮ ਕਰਦੇ ਗੈਰ ਜ਼ੁਬਾਨ, ਕਿ ਪਾਕ ਰੂਹ ਕਿੰਜੇ ਦਿੰਦਾ ਹੈ, ਅਗਰ ਸਾਨੂੰ ਹਾਲੇ ਤੱਕ ਅਸੀਂ ਅਗਰ ਅਣਜਾਣ ਹਾਂ ਤੇ ਪਾਕ ਰੂਹ ਨਹੀਂ ਦੇਗਾ। ਮੈਂ ਬਿਲਕੁਲ ਖੁਦਾ ਪਾਕ ਰੂਹ ਦੀ ਮਰਜ਼ੀ ਹੈ ਕਿ ਕਦੋਂ ਕਿਸ ਨੂੰ ਦਿੰਦਾ ਹੈ, ਹਨਾ। ਪਾਕ ਰੂਹ ਦੀ ਮਰਜ਼ੀ ਹੈ ਕਿ ਤਰਜਮਾ ਕਿਸ ਨੂੰ ਦਿੰਦਾ ਹੈ। ਲੇਕਿਨ ਅਗਰ ਅਸੀਂ ਅਣਜਾਣ ਹਾਂ, ਅਸੀਂ ਸਿੱਖਿਆ ਨਹੀਂ ਕਿ ਕਿੰਜੇ ਹੁੰਦਾ ਹੈ, ਕਿੰਜੇ ਕੰਮ ਕਰਦਾ ਹੈ, ਤੇ ਫਿਰ ਪਾਕ ਰੂਹ ਨਹੀਂ ਦੇਗਾ, ਕਿਉਂਕਿ ਅਸੀਂ ਉਹਨੂੰ ਸਹੀ ਇਸਤੇਮਾਲ ਨਹੀਂ ਕਰਾਂਗੇ, ਅਸੀਂ ਉਹਦਾ ਫਾਇਦਾ ਨਹੀਂ ਚੁੱਕਾਂਗੇ, ਹਨਾ, ਨੁਕਸਾਨ ਹੋਗਾ। ਤੇ ਅਗਰ ਪਲੂਸੁਲ ਇਹਨਾਂ ਨੂੰ ਕਹਿਣ ਦੇ ਇਸ ਕਲੀਸਿਆ ਨੂੰ ਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਅਣਜਾਣ ਰਹੋ, ਤੇ ਇਹਦਾ ਮਤਲਬ ਕਿ ਕਰੰਥੀਆਂ ਦੀ ਕਲੀਸਿਆ ਉਹ ਅਣਜਾਣ ਸੀ। ਆਮੀਨ। ਉਹਨਾਂ ਨੂੰ ਸਹੀ ਪੂਰੀ ਸਮਝ ਨਹੀਂ ਸੀ ਕਿ ਕਿੰਜੇ ਕੰਮ ਕਰਦੇ ਨੇ ਪਾਕ ਰੂਹ ਦੇ ਵਰਦਾਨ। ਤੇ ਅਸੀਂ ਵੇਖਨੇ ਆ ਕਿ ਉੱਥੇ ਹੁੰਦੀ ਸੀ ਗੈਰ ਜ਼ੁਬਾਨ ਤੇ ਮੈਸੇजेस ਮਿਲਦੇ ਸਨ, ਲੇਕਿਨ ਉੱਥੇ ਕੋਈ ਤਰਤੀਬ ਨਹੀਂ ਸੀ, ਬਹੁਤ ਕਨਫਿਊਜ਼ਨ ਸੀ, ਕਿਸ ਨੂੰ ਸਮਝ ਨਹੀਂ ਆਉਂਦੀ ਸੀ, ਹਨਾ। ਕਿਉਂ? ਕਿਉਂਕਿ ਗਿਆਨ ਨਹੀਂ ਸੀ, ਉਹ ਅਣਜਾਣ ਸਨ। ਤੇ ਅਸੀਂ ਸਿੱਖਾਂਗੇ ਤੇ ਮੈਨੂੰ ਪਤਾ ਹੈ ਕਿ ਜਦੋਂ ਅਸੀਂ ਸਿੱਖਾਂਗੇ ਤੇ ਫਿਰ ਅਸੀਂ ਵੇਖਾਂਗੇ ਪਾਕ ਰੂਹ ਦੇਗਾ। ਆਮੀਨ। ਆਮੀਨ। ਸਹੀ ਹੈ। ਓਕੇ ਸਹੀ। ਤੇ ਹਨਾ ਮੈਂ ਆਖਿਆ ਕਿ ਅਸੀਂ ਕਿ ਇਹ ਜੋ ਆਇਤ ਹੈ ਇਹ ਪਾਕ ਰੂਹ ਦੀ ਵਰਦਾਨ ਦੀ ਬਾਰੇ ਚ ਗੱਲ ਕਰਨ ਦੇ, ਲੇਕਿਨ ਅਸੀਂ ਬਸ ਗੱਲ ਕਰਾਂਗੇ ਕਿ ਪਾਕ ਰੂਹ ਦੀ ਜੋ ਮਦਾਖਲਤ ਹੁੰਦੀ ਹੈ ਹਨਾ ਸਾਡੀ ਆਮ ਜ਼ਿੰਦਗੀ ਚ, ਉਹ ਕਿਉਂ ਹੈ ਜ਼ਰੂਰੀ। ਹਨਾ ਸਾਨੂੰ ਪਤਾ ਹੈ ਹਰ ਮਸੀਹੀ ਚ ਪਾਕ ਰੂਹ ਆ ਜਾਂਦਾ ਹੈ ਜਦੋਂ ਉਹ ਨਜਾਤ ਪਾਉਂਦੇ ਨੇ, ਕਲਾਮ ਸਾਨੂੰ ਦੱਸਦਾ ਹੈ। ਲੇਕਿਨ ਹਰ ਇੱਕ ਮਸੀਹੀ ਪਾਕ ਰੂਹ ਦਾ ਹੱਥ ਆਪਣੀ ਜ਼ਿੰਦਗੀ ਚ ਨਹੀਂ ਵੇਖਦਾ। ਆਮੀਨ। ਆਮੀਨ। ਤੇ ਅਸੀਂ ਵੇਖਣਾ ਕਿ ਕਿਉਂ ਹੈ ਜ਼ਰੂਰੀ ਪਾਕ ਰੂਹ ਦੀ ਤਾਕਤ, ਪਾਕ ਰੂਹ ਦੀ ਮਦਾਖਲਤ, ਪਾਕ ਰੂਹ ਦਾ ਹੱਥ ਸਾਡੀ ਜ਼ਿੰਦਗੀ ਚ। ਅਗਰ ਅਸੀਂ ਵੇਖੀਏ ਰਸੂਲਾਂ ਦੇ ਕਰਤੱਬ ਉਹਦਾ ਪਹਿਲਾ ਅਧਿਆਇ, ਅਸੀਂ ਦੋ ਗੱਲਾਂ ਵੇਖਾਂਗੇ, ਹਨਾ। ਬਹੁਤ ਨੇ ਫਾਇਦੇ, ਲੇਕਿਨ ਅਸੀਂ ਦੋ ਗੱਲਾਂ ਤੇ ਗੌਰ ਕਰਾਂਗੇ। ਦੋ ਕਿ ਕਿਉਂ ਜੋ ਸੁਪਰਨੈਚੁਰਲ ਹੈ ਕਿਉਂ ਉਹ ਇੰਨਾ ਜ਼ਰੂਰੀ ਹੈ। ਅਗਰ ਅਸੀਂ ਵੇਖੀਏ ਰਸੂਲਾਂ ਦੇ ਕਰਤੱਬ ਉਹਦਾ ਪਹਿਲਾ ਅਧਿਆਇ, ਦੀਪਕ ਭਾਈ ਪੜੋ ਇਹਦੀ 8 ਆਇਤ। 8 ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਤੇ ਸਾਰੇ ਯਹੂਦੀਆਂ ਅਤੇ ਸਮਰੀਜਾ ਵਿੱਚ ਸਗੋਂ ਧਰਤੀ ਦੇ ਬੰਨੇ ਟਿਕ ਰਹੇ ਮੇਰੇ ਅਗਵਾ ਹੋਵੋਗੇ। ਆਮੀਨ। ਆਮੀਨ। ਅਗਵਾ ਜਾਂ ਗਵਾਹ? ਅਵਗਾ ਗਵਾਹ, ਟੈਸਟ, ਵਿਟਨੈਸਸ, ਗਵਾਹ।
ਸਹੀ ਹੈ ਤੇ ਗਵਾਹ ਅਸੀਂ ਕੀ ਵੇਖਨੇ ਆ ਕਿ ਪਾਕ ਰੂਹ ਦੀ ਜੋ ਦਾਖਲਤ ਹੈ ਸਾਡੀ ਜ਼ਿੰਦਗੀ 'ਚ ਹਨਾ ਜੋ ਮੌਜਜ਼ੇ ਹੁੰਦੇ ਨੇ ਸਾਡੇ ਦੁਆਰਾ ਹਨਾ ਪਾਕ ਰੂਹ ਕਰਨ ਡਿਆ ਉਹ ਸਾਰਾ ਉਹ ਕਿਉਂ ਹੈ ਜ਼ਰੂਰੀ ਤਾਂ ਕਿ ਜੋ ਗੈਰ ਵਿਸ਼ਵਾਸੀ ਨੇ ਉਹਨਾਂ ਤੱਕ ਅਸੀਂ ਪਹੁੰਚੀਏ ਆਮੀਨ ਤਾਂ ਕਿ ਗੈਰ ਵਿਸ਼ਵਾਸੀਆਂ ਨੂੰ ਅਸੀਂ ਯਿਸੂ ਕੋਲ ਲੈ ਕੇ ਆ ਸਕੀਏ ਆਮੀਨ ਯਿਸੂ ਕਹਿੰਦੇ ਇੱਥੇ ਆਪਣੇ ਸ਼ਾਗਿਰਦਾਂ ਨੂੰ ਕਿ ਮੈਂ ਪਾਕ ਰੂਹ ਕਲਾਵਾਂਗਾ ਤੇ ਸਿਰਫ ਆ ਨਹੀਂ ਕਿ ਉਹ ਤੁਹਾਡੇ ਵਿੱਚ ਆਏਗਾ ਤੇ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਕਿ ਪਾਕ ਰੂਹ ਮੇਰੇ ਕੋਲ ਹੈ ਵੀ ਜਾਂ ਨਹੀਂ ਨਹੀਂ ਕਹਿੰਦੇ ਪਾਕ ਰੂਹ ਆਏਗਾ ਤੇ ਤੁਸੀਂ ਫਿਰ ਤਾਕਤ ਦਾ ਮਤਲਬ ਹੈ ਮੌਜਜ਼ੇ ਹਨਾ ਜੋ ਪਾਕ ਰੂਹ ਦੀ ਸੁਪਰਨੈਚੁਰਲ ਜੋ ਕੰਮ ਨੇ ਕਹਿੰਦੇ ਉਹ ਤੁਸੀਂ ਵੇਖੋਗੇ ਤੇ ਉਹਨਾਂ ਦੇ ਦੁਆਰਾ ਤੁਸੀਂ ਗੈਰ ਵਿਸ਼ਵਾਸੀ ਨੇ ਉਹਨਾਂ ਨੂੰ ਮੇਰੇ ਕੋਲ ਲੈ ਕੇ ਆਓਗੇ ਤੁਸੀਂ ਅਗਰ ਤੁਹਾਨੂੰ ਯਾਦ ਹੋਏ ਪਿਛਲੇ ਮਹੀਨੇ ਜਾਂ ਸ਼ਾਇਦ 2 ਮਹੀਨੇ ਪਹਿਲੇ ਮੈਂ ਗੱਲ ਕੀਤੀ ਸੀ ਹਨਾ ਸ਼ਿਫਾ ਦੇ ਬਾਰੇ 'ਚ ਹਨਾ ਤਕਰੀਬਨ 3 ਹਫ਼ਤੇ ਮੈਂ ਗੱਲ ਕੀਤੀ ਸ਼ਿਫਾ ਦੇ ਬਾਰੇ 'ਚ ਯਾਦ ਹੈ ਲਾਡੀ ਭਾਈ ਦੀਪਕ ਭਾਈ ਯਾਦ ਹੈ ਤੁਹਾਨੂੰ ਹਾਂਜੀ ਹਾਂਜੀ अच्छा कोई हूँ हाँ ते करो नहीं क्या बात मतलब जो आपने याद कराया था आपने कहा था कि हमें ये नहीं आपके पास गवाही नहीं है तो हमें उसके काम याद रखने चाहिए हमारी जिंदगी में उन्होंने क्या काम किए हैं और पास्टर जी दा मैसेज से हाँ ये मैं एक या 2 महीने पहला मैं गलबात की थी सी ਜੇ ਕੋਈ ਬਿਮਾਰ ਹੈ ਤਾਂ ਉਸ ਲਈ ਦੁਆ ਪ੍ਰਾਰਥਨਾ ਕਰਨੀ ਚਾਹੀਦੀ हाँ कि किंजे दुआ करनी है ਦੁਆ ਕਰਨੀ ਹੈ है ना ये नहीं कहना कि ए खुदा इनू शिफा दे या ए खुदा अगर मर्जी है शिफा दे नहीं जिवें बाइबल च दुआ की गई सी इंजे असा करना है ना याद है दीपक लाडी भाई विश्वास से सही है ते ਕਲੀਸਿਆ ਦੇ ਮੈਂਬਰਾਂ ਨੂੰ ਵਿਸ਼ਵਾਸੀਆਂ ਨੂੰ ਲੈ ਕੇ ਦੁਆ ਪ੍ਰਾਰਥਨਾ ਕਰਨੀ ਚਾਹੀਦੀ हाँ ते नोट्स बनाने दो लाडी भाई जी आज जो आप बोल रहे हैं मैं लिखी जा रहा हूँ साथ शॉर्ट में ओके ते मैं जो आखिरी में मैसेज अपना दिता सी शिफा दे बारे च मैं पुछया सी क्यों शिफा ते मौजियां दा क्यों की है मकसद उन्हां दा ते मैं की आखे सी कि ताकि असी ਇਹ ਇੱਕ ਹੈ ਦੁਆਰਾ ਜਿਹਦੇ ਦੁਆਰਾ ਅਸੀਂ ਲੋਕਾਂ ਨੂੰ ਯਿਸੂ ਕੋਲ ਲੈ ਕੇ ਆਈਏ ਆਮੀਨ ਤੇ ਨਾ ਦੀਪਕ ਭਾਈ ਕੀ ਲਖਬੀਰ ਸਿੰਘ ਉਹਨਾਂ ਲਈ ਅਸੀਂ ਦੁਆ ਕੀਤੀ ਬੇਸ਼ੱਕ ਦੀਪਕ ਭਾਈ ਨੇ ਉਹਨਾਂ ਨੂੰ ਯਿਸੂ ਦੇ ਬਾਰੇ ਚ ਦੱਸਿਆ ਪਹਿਲਾਂ ਤੇ ਇਹਨਾਂ ਦੇ ਦੋਸਤ ਨੇ ਬੋਲਿਆ ਹਾਂ ਹਾਂ ਹਨਾ ਮੈਂ ਸੋਚਾਂਗਾ ਹਨਾ ਬਹੁਤ ਅੱਛਾ ਹੈ ਤੁਹਾਡਾ ਯਿਸੂ ਬਹੁਤ ਚੰਗਾ ਲੱਗਦਾ ਹੈ ਅੱਛੀ ਗੱਲ ਆ ਤੂੰ ਮੈਨੂੰ ਦੱਸਦਾ ਹੈ ਲੇਕਿਨ ਜਦੋਂ ਉਹਨਾਂ ਨੇ ਵੇਖਿਆ ਹਨਾ ਅਸਾਂ ਦੁਆ ਕੀਤੀ ਤੇ ਉਹਨਾਂ ਦੀ ਖੰਘ ਉਹਨਾਂ ਦਾ ਠੀਕ ਹੋ ਗਿਆ ਉਹਨਾਂ ਨੇ ਹੁਣ ਯਿਸੂ ਦੀ ਤਾਕਤ ਵੇਖੀ ਹੈ ਪਾਕ ਰੂਹ ਦੀ ਤਾਕਤ ਵੇਖੀ ਹੈ ਤੇ ਹੁਣ ਉਹ ਸੋਚਣ ਦੇ ਨੇ ਜੋ ਦੀਪਕ ਭਾਈ ਨੇ ਮੈਨੂੰ ਦੱਸਿਆ ਹੈ ਨਾ ਇਹ ਕੋਈ ਇਹ ਸੱਚ ਹੋਏਗਾ ਹਨਾ ਤੇ ਮੈਂ ਇਹ ਵੀ ਆਖਿਆ ਸੀ ਕਿ ਹਮੇਸ਼ਾ ਨਹੀਂ ਹੁੰਦਾ ਕੋਈ ਲੋਕੀ ਢੇਰ ਸਾਰੇ ਮੌਜਜ਼ੇ ਵੇਖ ਸਕਦੇ ਨੇ ਖੁਦਾ ਦੀ ਤਾਕਤ ਵੇਖ ਸਕਦੇ ਨੇ ਫਿਰ ਵੀ ਉਹ ਰੱਦ ਕਰਦੇ ਨੇ ਆਮੀਨ लेकिन मौजज़े वेखते ने उन्हां कोल फिर कट बहाना है कि क्यों नहीं वो यसू कोल आए आमीन सही ते जिवें असां रसूलां दे करतब दा पहले अध्याय च इत्थे वेखिया 8 आयत च यसू कहंदे कि मैं पाक रूह कलावांगा ताकि तुसी मेरे गवाह बन सको ताड़े द्वारा लोकी मेरे कोल आन यही गल पौलुस रसूल कहंदा है रोमिया ਉਹਦੇ 15 ਅਧਿਆਇ ਚ ਰੋਮੀਆ ਦੇ ਨਾਲ ਖਤ ਉਹਦਾ 15 ਅਧਿਆਇ ਤੇ ਦੀਪਕ ਭਾਈ ਪੜੋ 15 ਅਧਿਆਇ ਦੀ 17 ਤੋਂ 20 ਆਇਤ 17 ਤੋਂ 20 ਨਹੀਂ 17 ਹਾਂ 17 ਤੋਂ 20 ਆਇਤ ਸੋ ਪਰਮੇਸ਼ਰੀ ਗੱਲਾਂ ਦੇ ਵਿਖੇ ਮੈਨੂੰ ਮਸੀਹ ਯਸੂ ਵਿੱਚ ਅਭਿਮਾਨ ਕਰਨ ਦਾ ਵੇਲਾ ਹੈ ਕਿਉਂ ਜੋ ਮੇਰਾ ਹਿਉਂ ਨਹੀਂ ਪੈਂਦਾ ਜੋ ਮੈਂ ਹੋਣਾ
ਕੰਮਾਂ ਦੀ ਗੱਲ ਕਰਾਂ ਬਿਨਾਂ ਉਹਨਾਂ ਦੇ ਜਿਹੜੇ ਮਸੀਹ ਦੇ ਪਰਾਈਆਂ ਕੌਮਾਂ ਨੂੰ ਆਗਿਆਕਾਰ ਕਰਨ ਲਈ ਬਚਨ ਅਤੇ ਕਰਨੀ ਤੋਂ ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਮੇਰੇ ਹੱਥੀਂ ਕੀਤੇ ਹਨ। ਇੱਥੋਂ ਤੋੜੀ ਜੋ ਮੈਂ ਯਰੂਸ਼ਲਮ ਤੋਂ ਲੈ ਕੇ 4 ਚਫੇਰੇ ਇਕਲੋਨੀਕੋਂ ਤੱਕ ਮਸੀਹ ਦੀ ਖੁਸ਼ਖਬਰੀ ਦਾ ਪੂਰਾ ਪ੍ਰਚਾਰ ਕੀਤਾ। ਹਾਂ, ਮੈਂ ਇਹ ਚਾਹ ਕੀਤੀ ਪਈ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ ਉੱਥੇ ਖੁਸ਼ਖਬਰੀ ਸੁਣਾਵਾਂ ਅਤੇ ਇਉਂ ਨਾ ਹੋਵੇ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਉਸਾਰੀ ਕਰਾਂ। ਆਮੀਨ। ਆਮੀਨ। ਤੇ ਕਹਿੰਦੇ ਕਿ ਮੇਰਾ ਕੀ ਕੰਮ ਹੈ ਕਿ ਮੈਂ ਜਾਵਾਂ ਤੇ ਗੈਰ ਵਿਸ਼ਵਾਸੀਆਂ ਨੂੰ ਯਿਸੂ ਦੀ ਖੁਸ਼ਖਬਰੀ ਦੱਸਾਂ। ਤੇ ਕਹਿੰਦੇ ਕਿੰਜ ਹਨਾ ਕਲਾਮ ਪ੍ਰਚਾਰ ਕਰਕੇ ਤੇ ਨਾਲੇ ਕਰਾਮਾਤ ਦੇ ਦੁਆਰਾ ਹਨਾ। ਤੇ ਅਸੀਂ ਇਹ ਗੱਲ ਕਰਨ ਦੇ ਕਿ ਕਿਉਂ ਕੀ ਹੈ ਫਾਇਦਾ ਪਾਕ ਰੂਹ ਦੀ ਮਦਾਖਲਤ ਦਾ, ਪਾਕ ਰੂਹ ਦੀ ਤਾਕਤ ਦਾ ਸਾਡੀ ਜ਼ਿੰਦਗੀ 'ਚ। ਪਹਿਲੀ ਗੱਲ ਹੈ ਕਿ ਇੱਕ ਇਵੈਂਜਲਿਸਟਿਕ ਇੱਕ ਹੈ ਟੂਲ, ਇੱਕ ਤਰੀਕਾ ਹੈ ਕਿ ਅਸੀਂ ਗੈਰ ਵਿਸ਼ਵਾਸੀਆਂ ਨੂੰ ਖੁਸ਼ਖਬਰੀ ਦੱਸੀਏ ਤੇ ਉਹਨਾਂ ਨੂੰ ਯਿਸੂ ਕੋਲ ਲੈ ਕੇ ਆਈਏ। ਆਮੀਨ। ਸਹੀ। ਤੇ ਇੱਕ ਦੂਜੀ ਗੱਲ, ਇਹ ਪਹਿਲੀ ਵਜ੍ਹਾ, ਇੱਕ ਹੈ ਪਹਿਲਾ ਫਾਇਦਾ। ਦੂਜਾ ਫਾਇਦਾ ਕੀ ਹੈ ਕਿ ਕਦੀ ਕਦੀ ਜ਼ਿੰਦਗੀ 'ਚ ਇੰਜ ਦੇ ਹਾਲਾਤ ਆਉਂਦੇ ਨੇ ਤੇ ਤੁਹਾਡੀ ਜ਼ਿੰਦਗੀ 'ਚ ਜਾਂ ਕਿਸੇ ਹੋਰ ਦੀ ਜ਼ਿੰਦਗੀ 'ਚ, ਹੈ ਨਾ, ਤੁਹਾਨੂੰ ਨਹੀਂ ਪਤਾ ਕੀ ਕਰਨਾ। ਤੁਹਾਡਾ ਜੋ ਗਿਆਨ ਹੈ ਕਲਾਮ ਦਾ ਉਹ ਲਿਮਿਟਿਡ ਕੋ ਕਿਆ ਕहेंगे, ਥੋੜਾ ਹੈ ਨਾ। ਇਹ ਨਹੀਂ ਹੈ ਕਿ ਕਲਾਮ ਥੋੜਾ ਹੈ ਜਾਂ ਕਲਾਮ ਦੀ ਤਾਕਤ ਘੱਟ ਹੈ, ਲੇਕਿਨ ਜੋ ਤੁਸੀਂ ਜਿੰਨਾ ਜਾਣਦੇ ਹੋ ਕਲਾਮ ਉਹ ਘੱਟ ਹੈ ਨਾ। ਤੇ ਉਹ ਇਹ ਨਹੀਂ ਹੈ ਕਿ ਇਹ ਗਲਤ ਸ਼ੈ ਨਹੀਂ ਹੈ, ਇਹ ਪਾਪ ਨਹੀਂ ਹੈ ਨਾ। ਜਦੋਂ ਅਸੀਂ ਹੋਰ ਵਧਾਂਗੇ ਨਾ, ਟਾਈਮ ਲੱਗਦਾ ਹੈ, ਅਸੀਂ ਹੌਲੀ ਹੌਲੀ ਹੋਰ ਕਲਾਮ ਦਾ ਗਿਆਨ ਸਿੱਖਦੇ ਹਾਂ। ਲੇਕਿਨ ਅਸੀਂ ਸਾਰੇ ਪੂਰਾ ਨਹੀਂ ਜਾਣਦੇ ਕਲਾਮ। ਕੋਈ ਸਿਚੁਏਸ਼ਨਸ ਹੁੰਦੀਆਂ ਨੇ, ਕੋਈ ਹਾਲਾਤ ਹੁੰਦੇ ਨੇ ਕਿ ਤੁਹਾਨੂੰ ਨਹੀਂ ਪਤਾ ਕੀ ਕਰਨਾ। ਕਿਉਂ? ਕਿਉਂਕਿ ਹਨਾ ਤੁਸੀਂ ਇੰਨਾ ਜਾਣਦੇ ਨਹੀਂ ਕਲਾਮ ਹਨਾ। ਤੇ ਉਸ ਵੇਲੇ ਪਾਕ ਰੂਹ ਦੀ ਆਵਾਜ਼, ਪਾਕ ਰੂਹ ਨੇ ਤੁਸੀਂ ਮੰਗਣਾ ਹੋਏਗਾ, ਪਾਕ ਰੂਹ ਮੈਨੂੰ ਦੱਸੋ ਕੀ ਇੱਥੇ ਕਰਨਾ, ਕੀ ਹੋਣਾ ਇੱਥੇ। ਆਮੀਨ। ਇਹ ਮੈਂ ਪਹਿਲਾਂ ਇੱਕ ਆਇਤ ਵਿਖਾਵਾਂ ਦਿਖਾਉਣ ਲੈ ਕੇ ਕਲਾਮ ਜਿੱਥੇ ਸਾਨੂੰ ਦੱਸਦਾ ਹੈ ਕਿ ਸਾਡਾ ਜੋ ਗਿਆਨ ਹੈ ਉਹ ਘੱਟ ਹੈ ਰੂਹਾਨੀ ਸ਼ੈਵਾਂ ਦਾ ਗਿਆਨ। ਉਹ ਹੈ ਕਰੰਥੀਆਂ ਦੇ ਨਾਲ ਪਹਿਲਾ ਖਤ, ਉਹਦਾ 13 ਅਧਿਆਇ। ਉਹਦੇ 'ਚ ਸਾਨੂੰ ਇਹ ਗੱਲ ਮਿਲਦੀ ਹੈ। ਕਰੰਥੀਆਂ ਦੇ ਨਾਲ ਪਹਿਲਾ ਖਤ, ਉਹਦਾ 13 ਅਧਿਆਇ। ਦੀਪਕ ਭਾਈ ਪੜ੍ਹੋ ਉਹਦੀ 9 ਤੋਂ 12 ਆਇਤ। ਅਸੀਂ ਤਾਂ ਕੁਝ ਜਾਣਦੇ ਹਾਂ ਅਤੇ ਕੁਝ ਅਗਮ-ਵਾਕ ਬੋਲਦੇ ਹਾਂ, ਪਰ ਜਦੋਂ ਸੰਪੂਰਨ ਆਵੇ ਤਾਂ ਅਧੂਰਾ ਮੁੱਕ ਜਾਵੇਗਾ। ਜਦ ਮੈਂ ਨਿਆਣਾ ਸਾਂ ਤਾਂ ਨਿਆਣਿਆਂ ਵਾਂਗ ਬੋਲਦਾ, ਨਿਆਣਿਆਂ ਵਾਂਗ ਸਮਝਦਾ ਤੇ ਨਿਆਣਿਆਂ ਵਾਂਗ ਡਾਂਟਦਾ ਸਾਂ। ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ। ਇਸ ਵੇਲੇ ਤਾਂ ਅਸੀਂ ਸ਼ੀਸ਼ੇ ਵਿੱਚ ਧੁੰਦਲਾ ਜਿਹਾ ਵੇਖਦੇ ਹਾਂ, ਪਰ ਉਸ ਵੇਲੇ ਰੂਬਰੂ ਵੇਖਾਂਗੇ। ਇਸ ਵੇਲੇ ਮੈਂ ਕੁਝ ਜਾਣਦਾ ਹਾਂ, ਪਰ ਉਸ ਵੇਲੇ ਉਹ ਜਿਹਾ ਜਾਣੇਗਾ ਜਿਹੋ ਜਿਹਾ ਮੈਂ ਵੀ ਜਾਣ ਲੱਗਿਆ ਹਾਂ। ਹੁਣ ਤਾਂ ਨੀਚਾ। ਬਸ। ਆਮੀਨ। ਆਮੀਨ। ਤੇ ਇੱਥੇ ਪੌਲੁਸ ਰਸੂਲ ਕੀ ਕਹਿਣ ਡਿਆ? ਕਹਿੰਦੇ ਕਿ ਹੁਣ ਅਸੀਂ ਪੂਰਾ ਨਹੀਂ ਜਾਣਦੇ, ਅਸੀਂ ਸਾਰਾ ਗਿਆਨ ਨਹੀਂ ਰੱਖਦੇ। ਆਂਟੀ ਜੀ ਤੁਸੀਂ ਲਿਖ ਲਿਆ? ਹਾਂ। ਤੇ ਕਹਿੰਦੇ ਕਿ ਜਦੋਂ ਯਿਸੂ ਆਏਗਾ ਵਾਪਿਸ, ਜਦੋਂ ਅਸੀਂ ਉਹਨੂੰ ਮਿਲਾਂਗੇ, ਕਹਿੰਦੇ ਕਿ ਉਸ ਵੇਲੇ ਅਸੀਂ ਸਭ ਕੁਝ ਜਾਣਾਂਗੇ। ਅਸਲ 'ਚ ਉਹ ਕੀ ਕਹਿੰਦੇ ਪੌਲੁਸ ਰਸੂਲ? ਅਗਰ ਤੁਸੀਂ 1-2 ਆਇਤਾਂ ਉੱਤੇ ਪੜ੍ਹੋ, ਕਹਿੰਦੇ ਕਿ ਨਬੂਵਤ ਹੈ, ਗੈਰ ਜ਼ੁਬਾਨ, ਇਹਨਾਂ ਦੀ ਹੁਣ ਲੋੜ ਹੈ ਸਾਨੂੰ, ਕਿਉਂਕਿ ਅਸੀਂ ਜੋ ਸਾਡਾ ਗਿਆਨ ਹੈ ਉਹ ਘੱਟ ਹੈ, ਥੋੜਾ ਹੈ। ਲੇਕਿਨ ਕਹਿੰਦੇ ਕਿ ਜਦੋਂ ਯਿਸੂ ਆਏਗਾ ਸਾਨੂੰ ਨਬੂਵਤ ਦੀ ਲੋੜ ਨਹੀਂ ਹੋਗੀ, ਗੈਰ ਜ਼ੁਬਾਨਾਂ ਦੀ ਲੋੜ ਨਹੀਂ ਹੋਗੀ, ਕਿਉਂਕਿ ਸਾਨੂੰ ਸਭ ਕੁਝ ਪਤਾ ਹੋਏਗਾ। ਆਮੀਨ। ਆਮੀਨ। ਸਹੀ।
ਤੇ ਹਾਂ ਕੋਈ ਇੰਜ ਦੇ ਸਿਚੁਏਸ਼ਨਸ ਆਉਣਗੇ ਕਿ ਜਿੱਥੇ ਜੋ ਤੁਸੀਂ ਜਿੰਨਾ ਤੁਸੀਂ ਜਾਣਦੇ ਹੋ ਕਲਾਮ ਉਹ ਘੱਟ ਹੋ ਜਾਏਗਾ ਤੇ ਉਸ ਵੇਲੇ ਤੁਸੀਂ ਕਹੋਗੇ ਪਾਕ ਰੂਹ ਮੈਨੂੰ ਦੱਸੋ ਕੀ ਹੈ ਤੇ ਫਿਰ ਤੁਹਾਨੂੰ ਲੋੜ ਹੋਏਗੀ ਪਾਕ ਰੂਹ ਦੀ ਮਦਾਖਲਤ ਦੀ ਤੁਹਾਡੀ ਜ਼ਿੰਦਗੀ 'ਚ। ਮੈਂ ਮਿਸਾਲ ਦੇਣਾ, ਪਿਛਲੇ ਸਾਲ ਜਾਂ 2 ਸਾਲ ਪਹਿਲਾਂ ਹਨਾ ਬਖਸ਼ਬਾਨਾ ਦੀ ਇੱਕ ਗਵਾਹੀ ਹੈ ਹਨਾ ਤੇ ਹਨਾ ਪਹਿਲਾਂ ਵੀ ਮੈਂ ਸ਼ੇਅਰ ਕੀਤਾ ਬਾਈਬਲ ਸਟੱਡੀ 'ਚ ਕਿ ਉਹਨਾਂ ਨੇ ਕਾਫੀ ਦਫਾ ਫੇਲ ਕੀਤਾ ਸੀ ਆਪਣਾ ਡਰਾਈਵਿੰਗ ਟੈਸਟ ਹਨਾ ਤੇ ਅਸਾਂ ਦੁਆ ਵੀ ਕੀਤੀ ਕਾਫੀ ਦਫਾ ਤੇ ਆਖਿਆ ਕਿ ਹਾਂ ਅਸਾਂ ਦੁਆ ਕੀਤੀ ਅਸੀਂ ਇਮਾਨ 'ਚ ਖੜੇ ਹੋਵਾਂਗੇ ਹਨਾ ਤੇ ਅਸਾਂ ਦੁਆ ਕੀਤੀ ਕਾਫੀ ਦਫਾ ਹਨਾ ਤੇ ਫੇਲ ਹੋ ਗਈ ਕਾਫੀ ਦਫਾ ਤੇ ਅਸੀਂ ਗੱਲ ਕਰਨ ਦੇ ਸੀ ਤੇ ਉਹਨਾਂ ਨੇ ਪੁੱਛਿਆ ਕਿ ਕਿਉਂ ਨਹੀਂ ਪਾਸ ਹੁੰਦੇ ਤੇ ਮੈਂ ਆਖਿਆ ਮੈਨੂੰ ਨਹੀਂ ਪਤਾ ਹਨਾ ਮੈਂ ਕਲਾਮ ਤੋਂ ਕੋਈ ਆਇਤ ਦੇ ਸਕਦਾ ਸੀ ਉਹਨਾਂ ਨੂੰ ਉਹਨਾਂ ਦਾ ਹੌਸਲਾ बढ़ाਉਣ ਲਈ ਲੇਕਿਨ ਉਹ ਇੰਨਾ ਹੈਲਪ ਨਹੀਂ ਕਰਦਾ ਉਸ ਵੇਲੇ ਹਨਾ ਤੇ ਫਿਰ ਮੈਂ ਬਾਅਦ 'ਚ ਦੁਆ ਕਰਨ ਰਿਹਾ ਸੀ ਕਾਫੀ ਦਿਨ ਬਾਅਦ ਕਿ ਖੁਦਾ ਇਹ ਕੀ ਹੈ ਵਜ੍ਹਾ ਤੇ ਫਿਰ ਪਾਕ ਰੂਹ ਨੇ ਦਿਲ 'ਚ ਮੈਨੂੰ ਵਜ੍ਹਾ ਦੱਸੀ ਹਨਾ ਤੇ ਫਿਰ ਮੈਂ ਬਾਅਦ 'ਚ ਮੰਮੀ ਨੂੰ ਦੱਸਿਆ ਤਾਂ ਕਿ ਮੰਮੀ ਜਾਏ ਤੇ ਗੱਲ ਕਰੇ ਤੇ ਹਾਂ ਤੇ ਜਦੋਂ ਉਹ ਸ਼ੇਅਰ ਕੀਤਾ ਤੇ ਸਮਝ ਆਈ ਤੇ ਅਗਲੀ ਬਾਰ ਫਿਰ ਪਾਸ ਕਰ ਲਿਆ ਉਹਨਾਂ ਨੇ ਆਪਣਾ ਡਰਾਈਵਿੰਗ ਟੈਸਟ ਹਨਾ ਤੇ ਮੇਰਾ ਜੋ ਮੈਂ ਜਾਣਦਾ ਸੀ ਹਨਾ ਕਲਾਮ ਤੋਂ ਉਹ ਘੱਟ ਸੀ ਹਨਾ ਮੇਰੀ ਜੋ ਆਪਣੀ ਕੋਈ ਤਾਕਤ ਸੀ ਉਹ ਕੁਝ ਨਹੀਂ ਕਰ ਸਕਦਾ ਸੀ ਮੈਂ ਲੇਕਿਨ ਪਾਕ ਰੂਹ ਦੀ ਮਦਾਖਲਤ ਦੀ ਜ਼ਰੂਰਤ ਸੀ ਪਾਕ ਰੂਹ ਦੀ ਤਾਕਤ ਦੀ ਲੋੜ ਸੀ ਤਾਂ ਕਿ ਨਾ ਕੋਈ ਹੈਲਪ ਮੈਂ ਕਰ ਸਕਾਂ ਕਿਸੇ ਦੀ ਇੱਕ ਹੋਰ ਮੈਂ ਵਾਕਿਆ ਦੱਸਣਾ 2 ਹਫ਼ਤੇ ਪਹਿਲਾਂ ਸ਼ਾਇਦ ਅਸੀਂ ਬਾਈਬਲ ਸਟੱਡੀ ਕਰਨ ਦੇ ਸੀ ਹਨਾ ਤੇ ਅਸੀਂ ਬਸ ਦੁਹਰਾਉਣ ਦੇ ਸੀ ਜੋ ਗੱਲਬਾਤ ਹੋਈ ਸੀ ਹਨਾ ਪਿਛਲੇ ਹਫ਼ਤੇ ਦੀ ਉਸ ਤੋਂ ਪਹਿਲਾਂ ਹਫ਼ਤੇ ਦੀ ਤੇ ਫਿਰ ਜੋ ਮੈਂ ਹਨਾ ਆਪਣੇ ਸਾਰੇ ਮੈਂ ਨੋਟਸ ਤਿਆਰ ਕੀਤੇ ਸੀ ਹਾਂ ਕਿ ਅੱਜ ਮੈਂ ਇਹ ਗੱਲ ਕਰਨੀ ਹੈ ਅੱਜ ਉਹ ਕਰਨਾ ਹੈ ਆਪਣੀ ਸਾਰੀ ਆਇਤਾਂ ਮੈਂ ਲਿਖੀਆਂ ਸਨ ਤੇ ਜਦੋਂ ਟਾਈਮ ਸੀ ਕਿ ਮੈਂ ਸ਼ੁਰੂ ਕਰਾਂ ਤੇ ਇੰਜ ਫੀਲ ਹੋਣ ਡਿਆ ਸੀ ਕਿ ਜਿਵੇਂ ਹਨਾ ਰੋਕਿਆ ਕਿਸ ਨੇ ਤੇ ਮੈਂ ਆਪਣੇ ਉੱਥੇ ਨੋਟਸ ਨੂੰ ਵੇਖਣ ਡਿਆ ਤੇ ਮਹਿਸੂਸ ਹੋਣ ਡਿਆ ਕਿ ਨਹੀਂ ਇਹ ਨਹੀਂ ਅੱਜ ਨਹੀਂ ਕਰਨਾ ਤੇ ਮੈਂ ਟਾਈਮ ਨੂੰ ਵੇਖਣ ਡਿਆ ਤੇ ਸਭ ਕੁਝ ਰੁਕਿਆ ਤੇ ਮੈਂ ਆਖਿਆ ਹੁਣ ਕੀ ਕਰਾਂ ਫਿਰ ਅਗਰ ਇਹ ਨਹੀਂ ਮੈਂ ਕਰਨਾ ਇਹ ਮੈਂ ਆਪਣਾ ਨੋਟਸ ਨਹੀਂ ਪੜ੍ਹਨੇ ਤੇ ਫਿਰ ਮੈਂ ਕੀ ਕਰਾਂ ਤੇ ਪਾਕ ਰੂਹ ਨੇ ਇੱਕ ਸਵਾਲ ਹਨਾ ਦਿਲ 'ਚ ਪਾਇਆ ਅਗਰ ਤੁਹਾਨੂੰ ਯਾਦ ਹੋਏ ਮੈਂ ਪੁੱਛਿਆ ਕਿ ਕੋਈ ਕਿਸੇ ਦਾ ਤਜਰਬਾ ਹੈ ਕਿਸੇ ਹਨਾ ਮਸੀਹੀ ਨੂੰ ਕਰੈਕਟ ਕਰਨ ਦਾ ਯਾਦ ਹੈ ਇਹ ਗੱਲਬਾਤ ਕੀਤੀ ਸੀ ਤੇ ਫਿਰ ਦੀਪਕ ਭਾਈ ਦਾ ਇੱਕ ਸਵਾਲ ਆ ਗਿਆ ਤੇ ਸਿਸਟਰ ਪ੍ਰੀਤੀ ਦਾ ਵੀ ਇੱਕ ਸਵਾਲ ਆ ਗਿਆ ਤੇ ਫਿਰ ਅਸਾਂ ਉਹਦੇ ਬਾਰੇ 'ਚ ਬਾਕੀ ਟਾਈਮ ਉਹਦੇ ਬਾਰੇ 'ਚ ਗੱਲਬਾਤ ਕੀਤੀ ਹਨਾ ਮੈਂ ਆਪਣੇ ਜੋ ਮੈਂ ਨੋਟਸ ਬਣਾਏ ਸੀ ਜੋ ਮੈਂ ਤਿਆਰ ਕੀਤਾ ਸੀ ਬਾਈਬਲ ਸਟੱਡੀ ਮੈਂ ਉਹ ਕਰ ਸਕਦਾ ਸੀ ਸਾਰਾ ਲੇਕਿਨ ਉਹਦੇ ਨਾਲ ਇੰਨਾ ਫਾਇਦਾ ਨਹੀਂ ਪਹੁੰਚਦਾ ਆਮੇਨ ਨੇ ਮੈਨੂੰ ਦੱਸਿਆ ਕਿ ਇਹ ਬੋਲ ਉਹਦੇ ਦੁਆਰਾ ਫਿਰ ਹਨਾ ਸੋਚਾਂ ਚੇਂਜ ਹੋਈਆਂ ਬੰਧਨ ਟੁੱਟੇ ਆਮੇਨ ਸਹੀ ਤੇ ਇਹ ਹੈ 2 ਫਾਇਦੇ ਇਹ ਹੈ 2 ਗੱਲਾਂ ਕਿ ਕਿਉਂ ਸਾਨੂੰ ਪਾਕ ਰੂਹ ਦੀ ਤਾਕਤ ਦੀ ਲੋੜ ਹੈ ਸਾਡੀ ਜ਼ਿੰਦਗੀ 'ਚ ਪਹਿਲੀ ਗੱਲ ਕੀ ਸੀ ਸਵਾਲ ਕੀ ਮੈਂ ਪੁੱਛਿਆ ਕਿ ਫਾਇਦਾ ਕੀ ਹੈ ਪਾਕ ਰੂਹ ਦੀ ਤਾਕਤ ਦਾ ਸਾਡੀ ਜ਼ਿੰਦਗੀ 'ਚ ਅਣਜਾਣ ਕੀ ਉਹ ਤੁਹਾਨੂੰ ਜਿੱਦਾਂ ਕਲਾਮ ਦੀਆਂ ਗੱਲਾਂ ਚੇਤੇ ਕਰਾਉਂਦਾ ਵਾ ਸਾਡੀਆਂ ਕਮੀਆਂ ਪੇਸ਼ੀਆਂ ਸਾਨੂੰ ਕਲਾਮ ਦੇ ਰਾਹੀਂ ਦੱਸਦਾ ਵਾ ਜੋ ਸਾਡੇ ਅੰਦਰ ਕਲਾਮ ਗਿਆ ਹੈ ਉਹ ਠੀਕ ਹੈ ਲੇਕਿਨ ਜੋ ਹੁਣੀ ਗੱਲਬਾਤ ਕੀਤੀ ਹੈ ਹਾਂਜੀ ਉਹ ਤੁਹਾਨੂੰ ਜੋ ਸਾਨੂੰ ਵਰਦਾਨ ਮਿਲੇ ਨੇ ਉਹਦੇ ਉਹ ਸਾਨੂੰ ਦੱਸਦਾ ਵਾ ਸ਼ਿਫਾ ਦੇਣੀ ਚੰਗਾਈ ਦੇਣੀ ਤੇ ਰੂਹ ਦੀਆਂ ਕਰਾਮਾਤਾਂ ਜੋ ਹੁੰਦੀਆਂ ਉਹਦੇ ਵਰਦਾਨ ਪਹਿਲੀ ਗੱਲ ਹੈ ਇਹਨਾਂ ਦੀ ਕਿਉਂ ਲੋੜ ਹੈ ਇਹਨਾਂ ਦੇ ਕੀ ਫਾਇਦਾ ਹੈ ਕਿਉਂ ਦਿੰਦਾ ਖੁਦਾ ਕਿਉਂਕਿ ਦੁਨੀਆ ਨੂੰ ਪਤਾ ਲੱਗੇ ਕੀ ਲੋਕਾਂ ਨੂੰ ਵੀ ਪਤਾ ਲੱਗੇ ਇਸ ਥਰੂ ਜਿੱਦਾਂ ਅਸੀਂ
ਕਿਸੇ ਨੂੰ ਕਿਹੜੇ ਲੋਕਾਂ ਨੂੰ? ਪਰਮੇਸ਼ਰ ਦੁਆਰਾ ਤੇ ਲੋਕਾਂ ਨੂੰ free। ਹਾਂ, ਤਾਂ ਪਹਿਲੀ ਗੱਲ ਹੈ ਤਾਂ ਕਿ ਗੈਰ ਵਿਸ਼ਵਾਸੀਆਂ ਨੂੰ ਅਸੀਂ ਯਿਸੂ ਕੋਲ ਲੈ ਕੇ ਆਈਏ। ਆਮੀਨ। ਕਰੰਥੀਆਂ ਚ ਪੌਲੁਸ ਰਸੂਲ ਕਹਿੰਦਾ ਹੈ ਕਿ ਜੋ ਗੈਰ ਜ਼ੁਬਾਨ ਨੇ ਇਹ ਇੱਕ ਨਿਸ਼ਾਨ ਹੈ ਗੈਰ ਵਿਸ਼ਵਾਸੀਆਂ ਲਈ, ਤਾਂ ਕਿ ਉਹਨਾਂ ਨੂੰ ਯਿਸੂ ਕੋਲ ਲੈ ਕੇ ਆਇਆ ਜਾਏ। ਹਾਂ, ਅਗਰ ਤੁਸੀਂ ਵੇਖੋ ਦੀਪਕ ਭਾਈ 14 ਅਧਿਆਇ ਦੀ 22 ਆਇਤ, ਇਹਦੇ ਚ ਸਾਨੂੰ ਦੱਸਦਾ ਹੈ ਪੌਲੁਸ ਰਸੂਲ 14 ਅਧਿਆਇ ਦੀ 22 ਆਇਤ। ਸੋ ਪਰਾਈਆਂ ਭਿਖਿਆਵਾਂ ਨੀਚਾਵਾਨ ਲਈ ਸਗੋਂ ਨਹੀਂ, ਨੀਚਾਹੀਣਾਂ ਲਈ ਇੱਕ ਨਿਸ਼ਾਨੀ ਦੇ ਲਈ ਹਨ, ਪਰ ਅਗਮ ਵਾਕ ਨੀਚਾਹੀਣ ਲਈ ਨਹੀਂ ਸਗੋਂ ਨੀਚਾਵਾਨਾਂ ਲਈ ਹੈ। ਆਮੀਨ। ਆਮੀਨ। ਕਹਿੰਦਾ ਕਿ ਜੋ ਗੈਰ ਜ਼ੁਬਾਨ ਨੇ ਇੱਕ ਨਿਸ਼ਾਨ ਹੈ ਗੈਰ ਵਿਸ਼ਵਾਸੀਆਂ ਲਈ, ਤਾਂ ਕਿ ਉਹਨਾਂ ਨੂੰ ਯਿਸੂ ਕੋਲ ਅਸੀਂ ਲੈ ਕੇ ਆਈਏ। ਆਮੀਨ। ਤੇ ਉਹਦੇ ਇਲਾਵਾ ਹਨਾ ਜੋ ਵੀ ਪਾਕ ਰੂਹ ਦੀ ਤਾਕਤ ਹੈ, ਜੋ ਮੌਜਜ਼ੇ ਨੇ, ਉਹਦਾ ਮਕਸਦ ਹੈ ਕਿ ਯਿਸੂ ਕੋਲ ਲੈ ਕੇ ਆਈਏ। ਇਹ ਸੀ ਪਹਿਲਾ ਫਾਇਦਾ। ਤੇ ਦੂਜਾ ਕੀ ਸੀ? ਕਿਸ ਨੂੰ ਯਾਦ ਹੈ? ਅਣਜਾਣ ਆਤਮਕ ਦਾਤਾਂ ਦੇ ਵਿਖੇ ਅਣਜਾਣ ਨਾ ਰਹੋ। ਸਵਾਲ ਕੀ ਸੀ? ਸਵਾਲ ਹੈ ਕਿ ਪਾਕ ਰੂਹ ਦੇ ਵਿਧਾਨ ਦਾ ਕੀ ਹੈ ਫਾਇਦਾ? ਜੋ ਦੂਸਰਾ ਫਾਇਦਾ ਜਿਹਦੇ ਬਾਰੇ ਚ ਮੈਂ ਗੱਲਬਾਤ ਕੀਤੀ ਹੈ, ਉਹ ਸਾਨੂੰ ਹਿੰਮਤ ਹੌਸਲਾ ਦਿੰਦਾ ਵਾ, ਤੇ ਕਲਾਮ ਦੀਆਂ ਗੱਲਾਂ ਚੇਤੇ ਕਰਾਉਂਦਾ, ਸਾਡੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਦਾ, ਸਾਡੀ ਹੈਲਪ ਕਰਦਾ, ਸਾਨੂੰ ਲੋਕਾਂ ਦੇ ਜਿਹੜੇ ਦੁੱਖ ਹੁੰਦੇ ਨੇ, ਜੋ ਵੀ ਬਿਮਾਰੀਆਂ ਰੋਗ, ਉਹਦੇ ਬਾਰੇ ਦੱਸਦਾ। ਕਿਉਂ? ਕਿਉਂਕਿ ਅਸੀਂ ਨੇਚਾ ਰੱਖਦੇ ਹਾਂ ਕਿ ਜਾਂ ਸਾਡੇ ਕੋਲ ਕੋਈ ਪ੍ਰਾਰਥਨਾ ਲਈ ਕੋਈ ਆਵੇ ਕਰਾਉਣ ਜਾਂ ਅਸੀਂ ਕਰੀਏ, ਤੇ ਸਾਡਾ ਵਿਸ਼ਵਾਸ ਹੁੰਦਾ ਕਿ ਪਰਮੇਸ਼ਵਰ ਕੰਮ ਪਰ ਕਰਦਾ। ਪਾਕ ਰੂਹ ਨੂੰ ਸਾਨੂੰ ਦੱਸਣ ਦੀ ਲੋੜ ਕਿਉਂ ਹੈ? ਅਸੀਂ, ਸਾਡੇ ਕੋਲ ਕਲਾਮ ਹੈ, ਅਸੀਂ ਕਲਾਮ ਨੂੰ ਜਾਣਦੇ ਹਾਂ, ਤੇ ਅਸੀਂ ਬਸ ਹੈਲਪ ਕਰ ਸਕਦੇ ਹਾਂ ਕਿਸੇ ਦੀ। ਇੰਜ ਬਿਨਾਂ ਪਵਿੱਤਰ ਆਤਮਾ ਤੋਂ ਅਸੀਂ ਕੁਝ ਨਹੀਂ ਕਰ ਸਕਦੇ। ਸਾਡੀ ਜ਼ਿੰਦਗੀ 'ਚ ਗਵਾਹੀ ਹੋ, ਤਾਂ ਜੋ ਲੋਕਾਂ ਨੂੰ ਅਸੀਂ ਦੱਸ ਸਕੀਏ। ਸਾਡਾ ਗਿਆਨ ਜੋ ਕਲਾਮ ਦਾ ਹੈ ਉਹ ਘੱਟ ਹੈ, ਉਹ ਲਿਮਿਟਿਡ। ਉਸ ਸਿਚੁਏਸ਼ਨ 'ਚ ਸਾਨੂੰ ਲੋੜ ਹੈ ਕਿ ਪਾਕ ਰੂਹ ਸਾਨੂੰ ਦੱਸੇ। ਆਮੀਨ। ਪਾਕ ਰੂਹ ਸਾਨੂੰ ਗਾਈਡ ਕਰੇ ਕਿ ਇਸ ਸਿਚੁਏਸ਼ਨ 'ਚ ਇਹ ਕਰਨਾ ਹੈ, ਇਹ ਕਹਿਣਾ ਹੈ। ਆਮੀਨ। ਸਹੀ। ਤੇ ਅਗਰ ਗੈਰ ਜ਼ੁਬਾਨਾਂ ਦੀ ਅਸੀਂ ਹੁਣ ਧਿਆਨ ਕਰੀਏ, ਅਸੀਂ ਤੇ ਅਸੀਂ ਧਿਆਨ ਨਾਲ ਸੁਣੀਏ, ਹਨਾ। ਮੈਂ ਇਹ ਚੰਗੀ ਗੱਲ ਨਹੀਂ ਹੈ ਕਿ ਬਾਰ-ਬਾਰ ਦੁਹਰਾਵਾਂ ਮੈਂ, ਹਨਾ। ਅਸੀਂ ਗੌਰ ਨਾਲ ਸੁਣੀਏ ਕਿ ਜੋ ਗੈਰ ਜ਼ੁਬਾਨਾਂ ਨੇ ਕਲਾਮ 'ਚ ਸਾਨੂੰ ਮਿਲਦੀਆਂ ਨੇ, ਦੋ ਕਿਸਮ ਸਾਨੂੰ ਨਜ਼ਰ ਆਉਂਦੀਆਂ ਨੇ ਕਲਾਮ 'ਚ। ਕਿਸ ਨੂੰ ਪਤਾ ਕਿਹੜੀ ਟਾਈਪਸ ਨੇ, ਕਿਹੜੀ ਕਿਸਮ ਨੇ? ਜੀ ਸਵਾਲ ਕੀ ਸੀ? ਕਿਹੜੀ ਕਿਸਮ ਦੀ ਗੈਰ ਜ਼ੁਬਾਨਾਂ ਨੇ? ਇੱਕ ਹੈ ਜੋ ਇਕੱਲੇ 'ਚ ਤੁਸੀਂ ਕਰਦੇ ਹੋ, ਹਨਾ। ਇਹ ਤੁਸੀਂ ਆਪਣੇ ਘਰ 'ਚ ਬਹਿ ਕੇ ਹਨਾ, ਕੋਈ ਹੋਰ ਨਹੀਂ ਸੁਣਨ ਡਿਆ, ਤੁਸੀਂ ਇਕੱਲੇ ਕਰਦੇ ਹੋ, ਇਹ ਹੈ ਪ੍ਰਾਈਵੇਟ। ਲੇਕਿਨ ਦੂਜਾ ਹੈ ਪਬਲਿਕ। ਇਹ ਜਿਹੜੀ ਪਬਲਿਕ ਵਾਲੀ ਹੈ ਇਹ ਆਪਣੇ ਲਈ ਨਹੀਂ ਹੈ, ਦੂਜਿਆਂ ਲਈ ਹੈ। ਪਬਲਿਕ ਵਾਲੀ ਜਿਹੜੀ ਹੈ ਤੁਸੀਂ ਖਲੋ ਕੇ ਸਾਰਿਆਂ ਦੇ ਸਾਹਮਣੇ, ਤਾਂ ਕਿ ਸਾਰੇ ਸੁਣੇ, ਉਹ ਵਾਲੀ ਹੈ। ਸਹੀ। ਤੇ ਪਹਿਲੇ ਅਸੀਂ ਵੇਖੀ ਕਿ ਗੈਰ ਜ਼ੁਬਾਨ ਹੈ ਕੀ।
ਹਨਾ ਇਹ ਦੋ ਕਿਸਮ ਦੀਆਂ ਨੇ ਲੇਕਿਨ ਇਹਨਾਂ ਦੋਵਾਂ ਦੇ ਬਾਰੇ ਚ ਮੈਂ ਦੱਸਾਂ ਇਹ ਤੁਹਾਡਾ ਦਿਮਾਗ ਨਹੀਂ ਦੁਆ ਕਰਨ ਡਿਆ ਜਿਵੇਂ ਅਸੀਂ ਹੁਣ ਜਦੋਂ ਮੈਂ ਆਖਾਂ ਅੰਕਲ ਸ਼ਕੀਲ ਤੁਸੀਂ ਦੁਆ ਕਰੋ ਅੰਕਲ ਸ਼ਕੀਲ ਆਪਣੇ ਮਨ ਚ ਆਪਣੀ ਸੋਚਾਂ ਤੋਂ ਦੁਆ ਕਰਨਗੇ ਆਮੀਨ ਤੇ ਉਹਦੇ ਚ ਉਹਨਾਂ ਦੀ ਸੋਚਾਂ ਉਹਨਾਂ ਦੇ ਜਜ਼ਬਾਤ ਸ਼ਾਮਿਲ ਹੋਣਗੇ ਤੇ ਕਿਸ ਨੂੰ ਪਤਾ ਹੈ ਕਿ ਸਾਡੇ ਜਜ਼ਬਾਤ ਤੇ ਸਾਡੇ ਸੋਚਾਂ ਪਰਫੈਕਟ ਕਾਮਿਲ ਨਹੀਂ ਹਨ ਆਮੀਨ ਤੇ ਸਾਡੀ ਦੁਆਵਾਂ ਵੀ ਹਮੇਸ਼ਾ ਕਾਮਿਲ ਨਹੀਂ ਹੁੰਦੀਆਂ ਆਮੀਨ ਅਸੀਂ ਗਲਤ ਦੁਆਵਾਂ ਵੀ ਕਰਦੇ ਹਾਂ ਲੇਕਿਨ ਜਦੋਂ ਅਸੀਂ ਗੈਰ ਜ਼ੁਬਾਨਾਂ 'ਚ ਦੁਆ ਕਰਨੇ ਆ ਤੇ ਕੌਣ ਦੁਆ ਕਰਨ ਡਿਆ ਉਸ ਵੇਲੇ ਨਹੀਂ ਪਵਿੱਤਰ ਆਤਮਾ ਨਹੀਂ ਦੁਆ ਕਰਨ ਡਿਆ ਪਰਮੇਸ਼ਵਰ ਨਹੀਂ ਦੁਆ ਕਰਨ ਡਿਆ ਪਾਕ ਰੂਪ ਪਵਿੱਤਰ ਆਤਮਾ ਤੇ ਕੀ ਫਰਕ ਹੈ ਖੁਦਾ ਨਹੀਂ ਦੁਆ ਕਰਨ ਡਿਆ ਅਸੀਂ ਦੁਆ ਕਰਨ ਡਿਆ ਅਸੀਂ ਆਪਣੇ ਦਿਮਾਗ ਤੋਂ ਨਹੀਂ ਦੁਆ ਕਰਨ ਡਿਆ ਅਸੀਂ ਵੇਖਨੇ ਕਿੱਥੋਂ ਦੁਆ ਕਰਨ ਡਿਆ ਅਗਰ ਅਸੀਂ ਵੇਖੀਏ ਕਰੰਥੀਆਂ ਦੇ ਨਾਂ ਪਹਿਲਾ ਖਤ ਉਹਦਾ 14 ਅਧਿਆਇ ਦੀਪਕ ਭਾਈ ਇਹਦੀ ਪਹਿਲੀਆਂ 2 ਆਇਤਾਂ ਪੜੋ ਪ੍ਰੇਮ ਦੇ ਮਗਰ ਲੱਗੋ ਪ੍ਰੇਮ ਦੇ ਮਗਰ ਲੱਗੋ ਤਾਂ ਵੀ ਆਤਮਿਕ ਦਾਨਾਂ ਨੂੰ ਲੋਚੋ ਪਰ ਵਧਿਕ ਇਹ ਜੋ ਤੁਸੀਂ ਅਗਮ ਵਾਕ ਕਰੋ ਜਿਹੜਾ ਪਰਾਈਆਂ ਭਿਖਿਆਵਾਂ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਰ ਨਾਲ ਬੋਲਦਾ ਹੈ ਇਸ ਲਈ ਕਿ ਕੋਈ ਨਹੀਂ ਸਮਝਦਾ ਪਰ ਉਹ ਆਤਮਾ ਦੇ ਭੇਦ ਦੀਆਂ ਗੱਲਾਂ ਕਰਦਾ ਹੈ ਆਮੀਨ ਆਮੀਨ ਸਹੀ ਤੇ ਪਹਿਲੀ ਗੱਲ ਹੈ ਕਿ ਉਹ ਖੁਦਾ ਨਾਲ ਗੱਲ ਕਰਨ ਡਿਆ ਤੇ ਅਗਰ ਦੀਪਕ ਭਾਈ ਇਹਦੀ 14 ਆਇਤ ਪੜੋ ਓਕੇ ਜੇ ਮੈਂ ਪਰਾਈ ਭਿਖਿਆ ਵਿੱਚ ਪ੍ਰਾਰਥਨਾ ਕਰਾਂ ਤਾਂ ਮੇਰਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਮੇਰੀ ਸਮਝ ਨਿਸ਼ਫਲ ਹੈ ਆਮੀਨ ਅਸੀਂ ਆਪਣੀ ਸਮਝ ਤੋਂ ਨਹੀਂ ਦੁਆ ਕਰਦੇ ਅਸੀਂ ਸਾਡੀ ਆਤਮਾ ਦੁਆ ਕਰਦੇ ਆ ਪਾਕ ਰੂਹ ਨੇ ਦੁਆ ਕਰਨ ਡਿਆ ਸਾਡੀ ਆਤਮਾ ਦੁਆ ਕਰਦੀ ਹੈ ਆਮੀਨ ਤੇ ਇਹ ਹੈ ਗੈਰ ਜ਼ੁਬਾਨ ਸਹੀ ਤੇ ਜਿਵੇਂ ਮੈਂ ਆਖਿਆ 2 ਕਿਸਮ ਨੇ ਇੱਕ ਹੈ ਜੋ ਤੁਸੀਂ ਇਕੱਲੇ ਕਰਦੇ ਹੋ ਲੋਕਾਂ ਕੋਈ ਸੁਣਦਾ ਨਹੀਂ ਹਨਾ ਲੇਕਿਨ ਦੂਜਾ ਹੈ ਕਿਸਮ ਕਿ ਜਦੋਂ ਤੁਸੀਂ ਲੋਕਾਂ ਦੀ ਮੰਡਲੀ 'ਚ ਕਰੋ ਤੇ ਜ਼ਰੂਰੀ ਹੈ ਕਿ ਲੋਕੀ ਸੁਣਨ ਜੋ ਪ੍ਰਾਈਵੇਟ ਹੈ ਅਸੀਂ ਵੇਖਦੇ ਹਾਂ ਮਰਕਸ ਉਹਦਾ 16 ਅਧਿਆਇ ਤੇ ਦੀਪਕ ਭਾਈ ਪੜੋ ਮਰਕਸ 16 ਅਧਿਆਇ ਤੇ ਉਹਦੀ 15 ਤੋਂ 18 ਆਇਤ ਪੜੋ ਪਲੀਜ਼ ਮਰਕਸ ਉਹਦਾ 16 ਅਧਿਆਇ ਜੀ ਉਹਦੀ 15 ਤੋਂ 18 ਆਇਤ ਉਹਦੀ 15 ਤੋਂ 18 ਉਸ ਨੇ ਉਹਨਾਂ ਨੂੰ ਆਖਿਆ ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਜਿਹੜਾ ਨੀਚਾ ਕਰਕੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪ੍ਰਤੀਤ ਨਾਲ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਅਤੇ ਨੀਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰੇ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਉਹ ਨਵੀਆਂ ਬੋਲੀਆਂ ਬੋਲਣਗੇ ਉਹ ਸੱਪਾਂ ਨੂੰ ਚੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਹ ਉਹਨਾਂ ਦਾ ਕੁਝ ਨਹੀਂ ਵਿਚਲੇਗਾ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ਆਮੀਨ ਫਿਰ ਪ੍ਰਭੂ ਆਮੀਨ ਬਸ ਤੇ ਅਸੀਂ ਵੇਖਦੇ ਹਾਂ ਯਿਸੂ ਕਹਿੰਦੇ ਆ ਆਪਣੇ ਚੇਲਿਆਂ ਨੂੰ ਕਿ ਜੋ ਵੀ ਤੁਹਾਡਾ ਜੋ ਤੁਸੀਂ ਪ੍ਰਚਾਰ ਕਰੋਗੇ ਖੁਸ਼ਖਬਰੀ ਜੋ ਯਕੀਨ ਕਰੇਗਾ ਜੋ ਪ੍ਰਤੀਤ ਕਰੇਗਾ ਇਹ ਨਿਸ਼ਾਨ ਉਹਨਾਂ ਦੀ ਜ਼ਿੰਦਗੀ 'ਚ ਹੋਣਗੇ ਤੇ ਇੱਕ ਨਿਸ਼ਾਨ ਕੀ ਸੀ ਜੋ ਬਪਤਿਸਮਾ ਲੇਗਾ ਤੇ ਇੱਕ ਨਿਸ਼ਾਨ ਇੱਕ ਹਾਂਜੀ ਹੱਥ ਕੀ ਹੋਏਗਾ ਨੀਚਾ ਕਰਨ ਨਾਲ ਇਹ ਨਿਸ਼ਾਨ ਹੋਵੇਗਾ ਕਿ ਉਹ ਮੇਰੇ ਨਾਲ ਲੈ ਕੇ ਭੂਤ ਕੱਢਣਗੇ ਉਹਦੇ ਬਾਰੇ ਚ ਨਹੀਂ ਪ੍ਰਚਾਰ ਹੋਣ ਡਿਆ
ਯਿਸੂ ਕਹਿੰਦੇ ਕਿ ਉਹ ਗੈਰ ਜ਼ੁਬਾਨਾਂ 'ਚ ਗੱਲ ਕਰਨਗੇ, ਉਹ ਗੈਰ ਜ਼ੁਬਾਨਾਂ 'ਚ ਦੁਆ ਕਰਨ। ਬੋਲੀਏ ਨਾਲ। ਆਮੀਨ। ਆਮੀਨ। ਤੇ ਅਗਰ ਤੁਹਾਨੂੰ ਯਾਦ ਹੋਏ ਜਦੋਂ ਅਸੀਂ ਗੱਲ ਕਰਨ ਦੀ ਸੀ ਸ਼ਿਫਾ ਦੇ ਬਾਰੇ 'ਚ 2 ਮਹੀਨੇ ਪਹਿਲਾਂ, ਤੇ ਇਸ ਜੋ ਸੈਕਸ਼ਨ ਹੈ ਇਹ ਆਇਤਾਂ, ਇਹਦੇ ਬਾਰੇ 'ਚ ਮੈਂ ਕੁਝ ਖਾਸ ਦੱਸਿਆ ਸੀ ਮਰਕਸ 16 ਅਧਿਆਇ ਦੇ ਬਾਰੇ 'ਚ। ਕਿਸ ਨੂੰ ਯਾਦ ਹੈ ਮਰਕਸ 16 ਅਧਿਆਇ ਦੇ ਬਾਰੇ 'ਚ ਮੈਂ ਕੀ ਆਖਿਆ ਸੀ? किस नु याद है? मरकस 16 अध्याय में कि यीशु का नाम लेकर भूतों को निकालेगा। हाँ, लेकिन ਇਹਦੇ ਬਾਰੇ ਚ ਮੈਂ ਕੁਝ ਇੱਕ ਖਾਸ ਗੱਲ ਦੱਸੀ ਸੀ। ਹਾਂ, ਇਹ ਮੈਂ ਜੁਲਾਈ ਚ 2 ਮਹੀਨੇ ਪਹਿਲਾਂ ਹੀ ਪ੍ਰਚਾਰ ਕੀਤਾ ਸੀ ਤੇ ਮੈਂ ਦੱਸਿਆ ਸੀ ਲੋਕੀ ਕਹਿੰਦੇ ਨੇ ਕਿ ਮਰਕਸ 16 ਅਧਿਆਇ ਮੇਰੀ ਬਾਈਬਲ ਚ ਵੀ ਲਿਖਿਆ ਕਿ ਕੋਈ ਬਾਈਬਲ 'ਚ ਨਹੀਂ ਹੁੰਦਾ, ਲਿਖਿਆ ਕਿ ਜੋ ਲਿਖਿਆ ਗਿਆ ਸੀ ਜੋ ਹਨਾ ਸਾਡੇ ਕੋਲ ਨੇ ਬਾਈਬਲ ਦੇ ਜੋ ਲਿਖੇ ਗਏ ਸੀ ਮੈਨੂਸਕ੍ਰਿਪਟਸ ਹਨਾ, ਇੱਥੇ ਵੀ ਲਿਖਿਆ ਕਿ ਜੋ ਕੋਈ ਮੈਨੂਸਕ੍ਰਿਪਟਸ ਕੋਈ ਜੋ ਚੇਲਿਆਂ ਨੇ ਤੇ ਸ਼ੁਰੂ ਦੀ ਕਲੀਸਿਆ ਨੇ ਜੋ ਲਿਖੇ ਸੀ ਕਲਾਮ ਬਾਈਬਲ, ਕੋਈ ਬਾਈਬਲਸ 'ਚ ਪੁਰਾਣੀ ਉੱਥੇ ਇਹ ਨਹੀਂ ਲਿਖਿਆ ਗਿਆ। ਤੇ ਕੋਈ ਲੋਕੀ ਕਹਿੰਦੇ ਨੇ ਕਿ ਹਨਾ ਇਹ ਖੁਦਾ ਦਾ ਕਲਾਮ ਨਹੀਂ ਹੈ ਇਹ ਵਾਲਾ ਹਿੱਸਾ। ਮਰਕਸ 16 ਦੀ 9 ਤੋਂ 20 ਮੇਰਾ ਇੱਥੇ ਲਿਖਿਆ, ਹਰ ਬਾਈਬਲ 'ਚ ਇਹ ਲਿਖਿਆ ਹੁੰਦਾ ਇੰਗਲਿਸ਼ ਬਾਈਬਲ 'ਚ ਹਨਾ। ਤੇ ਮੈਂ ਦੱਸਿਆ ਸੀ ਕਿ ਬਹੁਤ ਦੇਰ ਲਈ ਇਹ ਮੈਂ ਮੇਰਾ ਇਹ ਸੀ ਕਿ ਚਲੋ ਇਹ ਲੋਕਾਂ ਨੇ ਪਾਇਆ, ਇਹ ਜਿਹੜਾ ਸੈਕਸ਼ਨ ਹੈ ਇਹ ਖੁਦਾ ਵੱਲੋਂ ਨਹੀਂ ਹੈ। ਤੇ ਜਦੋਂ ਪਿਛਲੇ 2 ਸਾਲ ਪਹਿਲਾਂ ਵੀ ਮੈਂ ਗੈਰ ਜ਼ੁਬਾਨਾਂ ਤੇ ਪ੍ਰਚਾਰ ਕੀਤਾ ਸੀ, ਮੈਂ ਇਹ ਆਇਤਾਂ ਇਸਤੇਮਾਲ ਨਹੀਂ ਕੀਤੀਆਂ ਸਨ। ਕਿਉਂ? ਕਿਉਂਕਿ ਮੈਨੂੰ ਇਹ ਸੀ ਕਿ ਇਹ ਬਾਈਬਲ 'ਚ ਨਹੀਂ ਹੋਣਾ ਚਾਹੀਦਾ। ਤੇ ਫਿਰ ਮੈਂ ਸਟੱਡੀ ਕੀਤੀ ਇਹਦੇ ਬਾਰੇ 'ਚ, ਮੈਂ ਪੜ੍ਹਿਆ ਕਿ ਲੋਕੀ ਕੀ ਕਹਿੰਦੇ ਨੇ ਤੇ ਮੈਂ ਸਮਝਿਆ ਕਿ ਅਸਲ 'ਚ ਕੋਈ ਵਜ੍ਹਾ ਨਹੀਂ ਹੈ ਕਿ ਲੋਕੀ ਕਹਿਣ ਕਿ ਇਹ ਬਾਈਬਲ 'ਚ ਨਹੀਂ ਹੋਣਾ ਚਾਹੀਦਾ। ਇਹ ਪਾਕ ਰੂਹ ਨੇ ਲਿਖਵਾਇਆ ਹੈ ਤੇ ਯਿਸੂ ਇੱਥੇ ਕਹਿੰਦੇ ਹੈ ਕਿ ਜੋ ਮਸੀਹੀ ਨੇ ਇਹ ਕਰਾਮਾਤ ਉਹਨਾਂ ਦੀ ਜ਼ਿੰਦਗੀ 'ਚ ਹੋਣਗੇ ਕਿ ਉਹ ਗੈਰ ਜ਼ੁਬਾਨਾਂ 'ਚ ਬੋਲਣਗੇ। ਆਮੀਨ। ਮੈਂ ਕਿੱਥੇ ਹਾਂ? ਤੇ ਇਹ ਜੋ ਪ੍ਰਾਈਵੇਟ ਗੈਰ ਜ਼ੁਬਾਨਾਂ ਨੇ ਇਹਨਾਂ ਦਾ ਮਕਸਦ ਐਕਚੁਅਲੀ ਮੈਂ ਪਹਿਲੇ ਇੱਕ ਹੋਰ ਜਗ੍ਹਾ ਵਿਖਾਵਾਂ ਕਿ ਜਿੱਥੇ ਸਾਨੂੰ ਪਤਾ ਚੱਲਦਾ ਹੈ ਕਿ ਇਹ 2 ਕਿਸਮ ਨੇ। ਇਹ ਪਹਿਲਾ ਕਰੰਥੀਓ ਉਹਦਾ 14 ਅਧਿਆਇ, ਕਰੰਥੀਓ ਦਾ ਨਾਮ 14 ਅਧਿਆਇ ਤੇ ਕਿੱਥੇ ਲੁਕਿਆ ਹੈ ਹੁਣ ਇਹ ਆਇਤ? ਇਹਦਾ 14 ਅਧਿਆਇ 'ਚ ਹੈ। ਹਾਂ, ਇਹਦੀ 18 ਤੇ 19 ਆਇਤ। ਦੀਪਕ ਭਾਈ ਪੜੋ। ਓਕੇ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਜੋ ਮੈਂ ਤੁਸਾਂ ਸਭਨਾਂ ਨਾਲ ਵਧਿਕ ਪਰਾਈਆਂ ਭਿੱਖਿਆਂ ਬੋਲਦਾ ਹਾਂ, ਤਾਂ ਵੀ ਕਲੀਸਿਆ ਵਿੱਚ 5 ਗੱਲਾਂ ਆਪਣੀ ਸਮਝ ਨਾਲ ਬੋਲਣੀਆਂ ਭਾਈ ਹੋਰਨਾਂ ਨੂੰ ਵੀ ਸਿਖਾ ਲਓ। ਇਹ ਮੈਨੂੰ ਇਸ ਨਾਲੋਂ ਬਹੁਤ ਪਸੰਦ ਆਉਂਦਾ ਹੈ ਜੋ 10,000 ਗੱਲਾਂ ਪਰਾਈਆਂ ਭਿੱਖਿਆਂ ਵਿੱਚ ਬੋਲੇ। ਆਮੀਨ। ਕਹਿੰਦੇ ਕਿ ਮੈਂ ਤੁਹਾਡੇ ਤੋਂ ਜ਼ਿਆਦਾ ਗੈਰ ਜ਼ੁਬਾਨਾਂ 'ਚ ਦੁਆ ਕਰਨਾ। ਕਹਿੰਦੇ ਹੈ ਕਿ ਇਹ ਕਲੀਸਿਆ ਸਾਨੂੰ ਅਗਰ ਅਸੀਂ ਪਹਿਲੇ ਪੜ੍ਹੀਏ ਪਤਾ ਚੱਲਦਾ ਕਿ ਇਹ ਪੂਰੀ ਕਲੀਸਿਆ ਬਹੁਤ ਗੈਰ ਜ਼ੁਬਾਨਾਂ 'ਚ ਦੁਆ ਕਰਦੀ ਸੀ ਹਨਾ। ਲੇਕਿਨ ਜਿਵੇਂ ਮੈਂ ਆਖਿਆ ਕਿ ਸਹੀ ਤਰ੍ਹਾਂ ਨਹੀਂ ਕਰਦੇ ਸੀ, ਸਹੀ ਤਰਤੀਬ 'ਚ ਨਹੀਂ ਕਰਦੇ ਸੀ ਤੇ ਇਸ ਲਈ ਇੰਨੀ ਪ੍ਰੋਬਲਮ ਸੀ ਉੱਥੇ। ਲੇਕਿਨ ਉਹ ਫਿਰ ਵੀ ਬਹੁਤ ਕਰਦੇ ਸੀ ਦੁਆ। ਤੇ ਪੌਲੁਸ ਕਹਿੰਦੇ ਕਿ ਮੈਂ ਤੁਹਾਡੇ ਤੋਂ ਜ਼ਿਆਦਾ ਕਰਨਾ। ਆਮੀਨ। ਲੇਕਿਨ ਲਾਡੀ ਭਾਈ ਇਹ ਕਿੱਥੇ ਕਰਨ ਡਿਆ ਸੀ ਪੌਲੁਸ ਰਸੂਲ ਗੈਰ ਜ਼ੁਬਾਨਾਂ 'ਚ ਦੁਆ?
ਕਲੀਸਿਆ ਵਿੱਚ ਲੋਕਾਂ ਸਾਹਮਣੇ। ਇਹ ਠੀਕ ਹੈ ਦੀਪਕ ਭਾਈ, ਕਲੀਸਿਆ ਚ ਕਰਨ ਡਿਆ ਸੀ? ਉਹ ਨਹੀਂ, ਕਲੀਸਿਆ 'ਚ ਨਹੀਂ, ਉਹ ਜਿੱਦਾਂ ਪਬਲਿਕ ਦੇ ਸਾਹਮਣੇ। ਅਨਪੜ੍ਹ ਜਿਹੜੇ ਜਿਨ੍ਹਾਂ ਨੂੰ ਪਤਾ ਨਹੀਂ ਸੀ, ਜਿਹੜੇ ਅਣਜਾਣ ਸੀ, ਉਹਨਾਂ ਨੂੰ ਦੱਸਣ ਡਿਆ ਸੀ। ਲਾਡੀ ਭਾਈ 18 ਤੇ 19 ਆਇਤ ਪੜੋ। ਇਹ ਮਰਕਸ ਕੀ ਨਾ? ਦੀਪਕ ਭਾਈ ਕਿੱਥੇ ਆ ਅਸੀਂ? ਆਪਾਂ ਕਰੰਥੀਆ ਪਹਿਲਾ ਖੱਤ 14 ਅਧਿਆਏ, ਉਹਦੀ 18 19। ਉਸकी 18 19 ਠੀਕ ਹੈ। ਹਾਂਜੀ, ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਜੋ ਮੈਂ ਤੁਸਾਂ ਸਭਨਾਂ ਨਾਲੋਂ ਵਧੇਕ ਪਰਾਈਆਂ ਭਾਖੀਆਂ ਬੋਲਦਾ ਹਾਂ। ਤਾਂ ਵੀ ਕਲੀਸਿਆ ਵਿੱਚ 5 ਗੱਲਾਂ ਆਪਣੀ ਸਮਝ ਨਾਲ ਬੋਲਣੀਆਂ ਭਈ ਹੋਰਨਾਂ ਨੂੰ ਵੀ ਸਿਖਾਲਾਂ। ਇਹ ਮੈਨੂੰ ਇਸ ਨਾਲੋਂ ਬਹੁਤ ਪਸੰਦ ਆਉਂਦਾ ਹੈ ਜੋ 10,000 ਗੱਲਾਂ ਪਰਾਈ ਭਾਖੀਆਂ ਵਿੱਚ ਬੋਲਾਂ। ਵੀ ਨਹੀਂ, ਆਮੀਨ। ਇਹ ਜੋ ਕਲੀਸਿਆ ਨਹੀਂ, ਕਲੀਸਿਆ ਚ ਨਹੀਂ ਕਰਦਾ ਸੀ ਇਹ ਦੁਆਵਾਂ। ਇਹ ਕਹਿੰਦੇ ਬਹੁਤ ਦੁਆ ਕਰਨਾ, ਲੇਕਿਨ ਕਲੀਸਿਆ ਚ ਮੈਨੂੰ ਬਿਹਤਰ ਲੱਗਦਾ ਕਿ ਮੈਂ ਸਮਝ ਦੀ ਗੱਲਾਂ ਕਰਾਂ। ਕਲੀਸਿਆ ਦੇ ਵਿੱਚ ਨਾ ਕਹਿੰਦੇ ਕਿ ਮੈਂ ਤੁਹਾਡੇ ਤੋਂ ਜ਼ਿਆਦਾ ਕਰਨਾ, ਮੈਂ ਬਹੁਤ ਦੇਰ ਮੈਂ ਗੈਰ ਜ਼ੁਬਾਨਾਂ ਚ ਦੁਆ ਕਰਨਾ, ਲੇਕਿਨ ਕਹਿੰਦੇ ਮੈਂ ਕਲੀਸਿਆ ਚ ਨਹੀਂ ਕਰਦਾ, ਮੈਂ ਕੱਲੇ ਚ ਦੁਆ ਕਰਨਾ। ਆਮੀਨ। ਤੇ ਅਸੀਂ ਵੇਖਦੇ ਹਾਂ ਕਿ ਇੱਕ ਹੈ ਜੋ ਤੁਸੀਂ ਕੱਲੇ ਚ ਕਰਦੇ ਹੋ, ਜੋ ਲੋਕਾਂ ਨੂੰ ਸੁਣਨ ਦੀ ਲੋੜ ਨਹੀਂ ਹੈ, ਜੋ ਅੱਗੇ ਜਾ ਕੇ ਪੁਲਿਸ ਰਸੂਲ ਸਾਰੀ ਇੰਨੀ ਇੰਸਟਰਕਸ਼ਨ ਦਿੰਦਾ ਹੈ ਕਿ ਤੁਸੀਂ ਕਿੰਜੇ ਕਰਨਾ ਹੈ, ਕਿੰਨੇ ਲੋਕੀ ਇਕੱਠੇ ਬੋਲ ਸਕਦੇ ਨੇ, ਅਗਰ ਕੋਈ ਕਰੇ ਤੇ ਫਿਰ ਉਹਦੇ ਬਾਅਦ ਕੀ ਹੋਣਾ ਹੈ। ਇਹ ਸਾਰੀ ਗੱਲਾਂ, ਇਹ ਸਾਰੇ ਜਿਹੜੇ ਰੂਲਸ ਨੇ ਉਹਦੇ ਤੇ ਲਾਗੂ ਨਹੀਂ ਹੁੰਦੇ ਜੋ ਪ੍ਰਾਈਵੇਟ ਚ ਤੁਸੀਂ ਕਰਦੇ ਹੋ। ਅਗਰ ਜੋ ਤੁਸੀਂ ਪ੍ਰਾਈਵੇਟ ਚ ਕਰਦੇ ਹੋ, ਇਹ ਨਹੀਂ ਹੈ ਕਿ ਕਿਸੇ ਨੇ ਆ ਕੇ ਫਿਰ ਉਹਦਾ ਤਰਜਮਾ ਦੇਣਾ, ਨਹੀਂ, ਉਹ ਪ੍ਰਾਈਵੇਟ ਚ ਹੈ ਨਾ। ਤੇ ਅਸੀਂ ਵੇਖਣਾ ਕਿ ਇਹ ਜਿਹੜੀ ਪ੍ਰਾਈਵੇਟ ਚ ਕੱਲੇ ਚ ਤੁਸੀਂ ਗੈਰ ਜ਼ੁਬਾਨਾਂ ਚ ਦੁਆ ਕਰਨੇ ਹੋ, ਤੁਸੀਂ ਚਲਦੇ ਫਿਰਦੇ ਬੱਸ ਚ ਬਹਿ ਕੇ, ਗੱਡੀ ਚਲਾ ਕੇ, ਨਾਂਦੇ ਵੇ, ਤਾਂ ਤੁਸੀਂ ਗੈਰ ਜ਼ੁਬਾਨਾਂ ਚ ਦੁਆ ਕਰ ਸਕਦੇ ਹੋ। ਇਹਦਾ ਫਾਇਦਾ ਕੀ ਹੈ? ਅਗਰ ਅਸੀਂ ਵੇਖੀਏ ਇੱਥੇ, ਪਹਿਲੇ ਅਸੀਂ ਵੇਖਣੇ ਆ ਲਾਡੀ ਭਾਈ ਇਹਦੀ 4 ਆਇਤ ਪੜੋ। ਲਓ ਜੀ, ਇਸकी 4 ਆਇਤ ਆ ਗਈ। ਜਿਹੜਾ ਪਰਾਈ ਭਾਖੀਆਂ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਅਗਮ ਵਾਕ ਕਰਦਾ ਹੈ ਉਹ ਕਲੀਸਿਆ ਨੂੰ ਲਾਭ ਦਿੰਦਾ ਹੈ। ਆਮੀਨ। ਆਮੀਨ। ਸਹੀ ਪੰਜਾਬੀ ਚ ਲਿਖਿਆ ਕਿ ਲਾਭ ਦਿੰਦਾ ਹੈ, ਹਨਾ। ਇਹ ਇੰਨਾ ਕੋਈ ਸਪੈਸਿਫਿਕ ਨਹੀਂ ਹੈ, ਇਹ ਬਸ ਪੰਜਾਬੀ ਨਿਕਲਦਾ ਕਿ ਅਗਰ ਤੁਸੀਂ ਗੈਰ ਜ਼ੁਬਾਨ ਚ ਦੁਆ ਕਰਦੇ ਹੋ ਤਾਂ ਬਸ ਫਾਇਦਾ ਮਿਲਦਾ ਤੁਹਾਨੂੰ। ਲੇਕਿਨ ਇਹ ਜੋ ਯੂਨਾਨੀ ਜ਼ੁਬਾਨ ਚ ਹੈ, ਇਹ ਹੈ ਕਿ ਆਪਣੇ ਆਪ ਨੂੰ ਤੁਸੀਂ ਆਪਣੇ ਆਪ ਨੂੰ ਬਿਲਡ ਅਪ ਕਰਦੇ ਹੋ, ਆਪਣੇ ਆਪ ਨੂੰ ਤੁਸੀਂ ਗਰੋ ਹੁੰਦੇ ਹੋ, ਰੂਹਾਨੀ ਤੌਰ ਤੇ ਤੁਸੀਂ ਆਪਣੇ ਆਪ ਨੂੰ ਤਗੜਾ ਕਰਦੇ ਹੋ। ਇਹ ਹੈ ਨੋਟ ਬਣਾਉਣਾ ਚਾਹੁੰਦੇ ਹੋ ਕਿ ਜੋ ਫਾਇਦਾ ਹੈ ਗੈਰ ਜ਼ੁਬਾਨਾਂ ਦਾ, ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਤਗੜਾ ਕਰਦੇ ਹੋ, ਮਜ਼ਬੂਤ ਕਰਦੇ ਹੋ। ਹਾਂ ਆਂਟੀ ਬਸ ਲਿਖਣ ਦੀ ਹੈ। ਸਹੀ। ਪਰ ਜਿੱਦਾਂ ਸਾਵਲ, ਹੁਣ ਜਿੱਦਾਂ ਮੈਂ ਕਿਸੇ ਵੇਲੇ ਸਵੇਰੇ ਪ੍ਰੇ ਕਰਦਾ ਵਾਂ, ਕੰਮ ਤੋਂ ਜਾਣ ਲੱਗੇ ਆ, ਤੇ ਮੇਰੇ ਕੋ ਵੀ ਜਿੱਦਾਂ ਮੈਂ ਬੋਲਦਾ ਆ, ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਿਸੇ ਵੇਲੇ ਬੋਲੀ ਜਾਣਾ ਹੁੰਨਾ ਪ੍ਰੇ ਤੋਂ ਬਾਅਦ ਵੀ। ਤੇ ਜਿੱਦਾਂ ਕੰਮ ਤੇ ਵੀ ਜਿੱਦਾਂ ਯਕਦਮ ਹੀ ਮੇਰੇ ਮੂੰਹ ਚੋਂ ਨਿਕਲ ਜਾਂਦਾ, ਕੰਮ ਕਰਦਿਆਂ ਕਰਦਿਆਂ ਹੀ। ਜਿੱਦਾਂ ਮੈਂ ਕੰਮ ਤੇ ਲੱਗਾ, ਜਿੱਦਾਂ ਬਿਜ਼ੀ ਆ, ਤੇ ਮੇਰੇ ਤੋਂ ਮੂੰਹ ਚੋਂ ਜਿੱਦਾਂ ਨਿਕਲ ਜਾਣਾ ਬਾਬਾ ਨਾੜੀ ਤੋਂ ਬਾਅਦ ਇੱਦਾਂ ਨਿਕਲੀ ਜਾਣਾ, ਤੇ ਮੈਨੂੰ ਮੈਂ ਬੋਲੀ ਜਾਣਾ, ਫਿਰ ਮੈਂ ਇੱਕਦਮ ਚੁੱਪ ਹੋ ਜਾਣਾ। ਤੇ ਮੈਂ ਆਪਣੀ ਜਿੱਦਾਂ ਮੇਰੇ ਨਾਲ ਹੁੰਦਾ, ਮੈਂ ਤੁਹਾਨੂੰ ਦੱਸਿਆ ਵੀ ਏਦਾਂ। ਇਹ ਤੁਸੀਂ ਦੱਸਿਆ ਤੇ ਮੈਂ ਆਖਿਆ ਕਿ ਹਨਾ ਰੋਕਣਾ ਨਹੀਂ ਹੈ। ਹਾਂ, ਜਦੋਂ ਇਕੱਲੇ ਵੀ ਹੋ ਫਿਰ ਵੀ ਕਰਦੇ ਜਾਓ।
ਹਾਂ ਜਿੱਦਾਂ ਕਿ ਵੇਲੇ ਮੈਂ ਰੋਡ ਤੇ ਚੜਦਾ ਆਪੇ ਆਟੋਮੈਟਿਕ ਹੀ ਚੱਲਦਾ ਰਹਿੰਦਾ ਮੇਰੇ ਨਾਲ। ਜੀ ਜੀ, ਹਾਂ ਰੋਕਣਾ ਨਹੀਂ। ਆਮੀਨ। ਹਮ, ਸਹੀ। ਅਸੀਂ ਵੇਖਣਾ ਇੱਕ ਹੋਰ ਜਗ੍ਹਾ ਜਿੱਥੇ ਇਹ ਸਾਨੂੰ ਮਿਲਦਾ ਹੈ, ਇਹੀ ਗੱਲ ਕਿ ਜਦੋਂ ਅਸੀਂ ਇਕੱਲੇ 'ਚ ਗੈਰ ਜ਼ੁਬਾਨਾਂ 'ਚ ਦੁਆ ਕਰਨੇ ਆ, ਫਿਰ ਸਾਡਾ ਆਪਣਾ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨੇ ਆ। ਇਹ ਹੈ ਪ੍ਰਕਾਸ਼ ਦੀ ਪੋਥੀ ਤੋਂ ਪਹਿਲਾਂ ਜਿਹੜੀ ਪੋਥੀ ਹੈ ਉਹਦਾ ਨਾਂ ਲੱਗਦਾ ਯਹੂਦਾ ਦਾ ਖਤ। ਹਾਂਜੀ ਯਹੂਦਾ ਯਹੂਦਾ ਇਹਦਾ 21 ਅਧਿਆਇ ਹੈ ਤੇ ਇਹਦੀ 20 ਆਇਤ ਤੁਸੀਂ ਪੜੋ। ਵੀ ਆਏ। ਪਰ ਤੁਸੀਂ ਇਹ ਪਿਆਰਿਓ ਆਪਣੇ ਆਪ ਨੂੰ ਆਪਣੀ ਅਤ ਪਵਿੱਤਰ ਨਿਸ਼ਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋ। ਆਮੀਨ। ਆਮੀਨ। ਮੈਂ ਕਹਿੰਦੇ ਤੁਸੀਂ ਆਪਣੇ ਨੇਚਾ 'ਚ ਆਪਣੇ ਆਪ ਨੂੰ ਬਣਾਓ, ਮਜ਼ਬੂਤ ਕਰੋ, ਤਗੜੇ ਕਰੋ, ਗੈਰ ਜ਼ੁਬਾਨਾਂ 'ਚ ਦੁਆ ਕਰਦੇ ਹੋਏ। ਆਮੀਨ। ਵੇਖਣਾ ਕਿ ਜਦੋਂ ਅਸੀਂ ਇਕੱਲੇ ਹਨਾ, ਇਹ ਕਲੀਸਿਆ ਦੀ ਹੁਣ ਮੈਂ ਨਹੀਂ ਗੱਲ ਕਰਨ ਡਿਆ, ਜਦੋਂ ਤੁਸੀਂ ਇਕੱਲੇ 'ਚ ਹੋ ਕੇ ਕਰਦੇ ਹੋ ਉਹਦੇ 'ਚ ਕਿਸੇ ਦੀ ਤਰਜਮਾ ਦੇਣ ਦੀ ਲੋੜ ਨਹੀਂ ਹੈ ਹਨਾ। ਤੁਸੀਂ ਬਸ ਕਰਦੇ ਰਹੋ, ਜਿੰਨੀ ਦੇਰ ਕਰਨੀ ਕਰੋ ਹਨਾ। ਤੇ ਇਹਦਾ ਕੀ ਫਾਇਦਾ ਕਿ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰਦੇ ਹੋ, ਆਪਣੇ ਆਪ ਨੂੰ ਤਗੜਾ ਕਰਦੇ ਹੋ ਰੂਹਾਨੀ ਤੌਰ ਤੇ। ਮੈਨੂੰ ਪਤਾ ਜਦੋਂ ਕਦੀ ਜਦੋਂ ਮੈਂ ਜਾਂਦਾ ਸੀ ਕੰਮ ਤੇ ਹਨਾ, ਕੇਅਰ ਹੋਮ, ਹੁਣ ਤੇ ਨਹੀਂ ਮੈਂ ਜਾਣ ਡਿਆ, ਲੇਕਿਨ ਜਦੋਂ ਮੈਂ ਜਾਂਦਾ ਸੀ ਮੇਰੇ ਕੋਲ 1 ਘੰਟੇ ਦੀ ਡਰਾਈਵ ਸੀ ਇੱਕ ਪਾਸੇ, ਤੇ ਫਿਰ ਵਾਪਸ ਆਉਂਦੇ ਹੋਏ 1 ਘੰਟੇ ਦੀ ਡਰਾਈਵ। ਤੇ ਜਾਂਦੇ ਹੋਏ ਬਹੁਤ ਦਫਾ ਮੈਂ ਬਸ ਗੈਰ ਜ਼ੁਬਾਨਾਂ 'ਚ ਦੁਆ ਕਰਦਾ ਸੀ ਨਾ। ਤੇ ਕੀ ਹੁੰਦਾ ਜਦੋਂ ਤੁਸੀਂ ਗੈਰ ਜ਼ੁਬਾਨਾਂ 'ਚ, ਮੈਂ ਦੁਆ ਕਰਦਾ ਗੈਰ ਜ਼ੁਬਾਨਾਂ 'ਚ, ਤੇ ਇੰਜ ਹੁੰਦਾ ਕਿ ਖੁਦਾ ਦੀ ਆਵਾਜ਼ ਜਿਵੇਂ ਹਨਾ, ਅਗਰ ਦੀਪਕ ਭਾਈ ਗੱਲ ਕਰਨ ਦੇ ਨੇ ਮੈਨੂੰ ਆਵਾਜ਼ ਨਹੀਂ ਆਉਂਦੀ ਤੇ ਫਿਰ ਮੈਂ ਕੰਪਿਊਟਰ ਦਾ ਵੋਲਿਊਮ ਮੈਂ ਉੱਤੇ ਕਰਾਂਗਾ ਤਾਂ ਕਿ ਮੈਨੂੰ ਆਵਾਜ਼ ਆਏ। ਇੰਜ ਮੈਂ ਵੇਖਣਾ ਜਦੋਂ ਮੈਂ ਗੈਰ ਜ਼ੁਬਾਨਾਂ 'ਚ ਦੁਆ ਕਰਨਾ, ਇੰਜ ਕਿ ਮੈਂ ਖੁਦਾ ਦੀ ਵੋਲਿਊਮ ਮੈਂ ਉੱਚਾ ਕਰਨ ਡਿਆ, ਉਹ ਮੈਨੂੰ ਹੋਰ ਸਾਫ਼ ਸੁਣਾਈ ਦਿੰਦਾ ਹੈ। ਅਗਰ ਸਮਝੋ ਕੋਈ ਪਰੇਸ਼ਾਨੀ ਹੈ ਮੈਨੂੰ, ਤੇ ਮੈਂ ਗੈਰ ਜ਼ੁਬਾਨਾਂ 'ਚ ਵਕਤ ਗੁਜ਼ਾਰਨਾ ਦੁਆ ਕਰਨ 'ਚ, ਤੇ ਮੈਂ ਮਹਿਸੂਸ ਕਰਨਾ ਮੈਂ ਸਟਰੋਂਗਰ ਨਾ। ਸਹੀ। ਤੇ ਮੈਂ ਪੂਰਾ ਕਰਨਾ ਸੀ ਅੱਜ ਇਹ ਹੈ ਨਾ, ਜੋ ਕਲੀਸਿਆ 'ਚ ਹੁੰਦਾ ਉਹ ਕਿੰਜ ਐਸਾ ਕਰਨਾ ਹੈ। ਜੋ ਕਲੀਸਿਆ 'ਚ ਹੁੰਦਾ ਉਹਦੇ ਲਈ ਤਰਜਮੇ ਦੀ ਲੋੜ ਹੈ, ਲੇਕਿਨ ਹੁਣ ਟਾਈਮ ਨਹੀਂ ਹੈ। ਅਸੀਂ ਅਗਲੇ ਹਫਤੇ ਦੇ ਬਾਅਦ 'ਚ ਗੱਲ ਕਰਾਂਗੇ ਕਿ ਕਿੰਜੇ ਕਰਨਾ, ਕਦੋਂ ਕਰਨਾ, ਕੀ ਕਹਿ ਸਕਦੇ ਹੋ ਨਾ। ਅਸੀਂ ਅਗਲੇ ਹਫਤੇ ਗੱਲ ਕਰਾਂਗੇ, ਲੇਕਿਨ ਹੁਣ ਅਸਾਂ ਬਸ ਇੱਥੇ ਤੱਕ ਪਹੁੰਚੇ ਹਾਂ ਕਿ ਜੋ ਪ੍ਰਾਈਵੇਟ 'ਚ ਹੁੰਦਾ ਕਿ ਉਹ ਕਿੰਜੇ ਕਰਨਾ, ਉਹਦਾ ਫਾਇਦਾ ਕੀ ਹੈ। ਤੇ ਜਿਵੇਂ ਦੀਪਕ ਭਾਈ ਨੇ ਦੱਸਿਆ, ਭਾਈ ਤੁਸੀਂ ਜਦੋਂ ਤੁਸੀਂ ਗੈਰ ਜ਼ੁਬਾਨਾਂ 'ਚ ਦੁਆ ਕਰਦੇ ਹੋ ਤੁਸੀਂ ਕੁਝ ਫਰਕ ਮਹਿਸੂਸ ਕਰਦੇ ਹੋ, ਕੀ ਹੁੰਦਾ ਦੱਸੋ ਸਾਨੂੰ। ਜਿੱਦਾਂ ਹੁਣ ਮੈਂ ਸਵੇਰੇ ਜਾਣਾ ਆਪਣੇ ਦੁਆ ਪ੍ਰਾਰਥਨਾ ਕਰਦਾ, ਜਿੱਦਾਂ ਘਰੋਂ ਨਿਕਲਦਾ ਮੈਂ ਬਾਹਰ ਜਾਣਾ, ਤੇ ਜਦੋਂ ਮੈਂ ਫੈਮਿਲੀ ਬਾਰੇ ਵੀ ਕਰਦਾ ਵਾ, ਜਿੱਦਾਂ ਮਨ ਜਿਹਾ ਨਾ ਜਿੱਦਾਂ ਸ਼ਾਂਤ ਜਿਹਾ ਮੈਨੂੰ ਲੱਗਦਾ ਜਦੋਂ ਮੈਂ ਗੈਰ ਜ਼ੁਬਾਨ ਬੋਲਦਾ ਨਾ। ਤੇ ਮੈਨੂੰ ਕਿਸੇ ਵੇਲੇ ਬਹੁਤ ਜ਼ਿਆਦਾ ਜਿੱਦਾਂ ਹੁੰਦਾ ਕਿ ਮੈਂ ਉੱਚੀ ਬੋਲਾਂ, ਜਿੱਦਾਂ ਖੁੱਲ ਕੇ ਬੋਲਾਂ, ਤੇ ਕਿਸੇ ਵੇਲੇ ਫਿਰ ਕਿਸੇ ਵੇਲੇ ਮੈਂ ਖਿਆਲ ਆ ਜਾਂਦਾ ਯਾਰ ਲਾਗੇ ਜਾਗੇ ਬੰਦੇ ਜਿੱਦਾਂ ਕੰਮ ਦੇ ਉੱਤੇ ਕੀ ਬੋਲਣਗੇ ਕੀ ਸਮਝਣਗੇ, ਫਿਰ ਕੰਮ ਤੇ ਫਿਰ ਜੱਕਦਮ ਹੀ ਰੁਕ ਜਾਂਦਾ ਕਿਸੇ ਵੇਲੇ ਨਾ। ਜਦੋਂ ਬੋਲਣਾ ਵਾ ਬਿਲਕੁਲ ਐ ਸ਼ਾਂਤੀ ਜਿਹਾ ਹੁੰਦਾ, ਜਦੋਂ ਬੋਲ ਕੇ ਨਾ ਜਦੋਂ ਗੈਰ ਜ਼ੁਬਾਨ ਬੋਲਦਾ ਬਿਲਕੁਲ ਸ਼ਾਂਤੀ ਮਹਿਸੂਸ ਹੁੰਦੀ ਆ। ਤੇ ਫਿਰ ਮੈਨੂੰ ਜਿੱਦਾਂ ਲੱਗਦਾ ਵੀ ਬਹੁਤ ਸ਼ਾਂਤੀ ਜਿਹਾ ਮਾਹੌਲ ਲਾਗੇ ਜਾਗੇ ਮੇਰੇ, ਜਿੱਦਾਂ ਸ਼ਾਂਤੀ ਜਿਹੀ ਦਿਖਦੀ ਆ ਮੈਨੂੰ ਤੇ ਜ਼ੁਬਾਨ ਬੋਲਦਾ। ਹੁਣ ਜਦੋਂ ਮੈਂ ਕਿੱਦਾਂ ਮੈਂ ਬੋਲਦਾ ਰੀਬੇ ਸਨਾਰੀ ਲਦੇ ਨਾ, ਏਦਾਂ ਮੈਂ ਮੂੰਹੋਂ ਨਿਕਲੀ ਜਾਂਦਾ ਕਿਸੇ ਵੇਲੇ ਨਾ। ਤੇ ਫਿਰ ਜਦੋਂ ਨਿਕਲਦਾ ਫਿਰ ਮੈਂ ਸ਼ੁਕਰ ਮੈਂ ਕੀ ਕਦੋਂ ਕਰਨਾ, ਚਲਦੇ ਫਿਰਦੇ ਬਾਹਰ ਮੈਂ ਹੈਡਫੋਨਸ ਪਾ ਲੈਣਾ, ਗੈਰ ਜ਼ੁਬਾਨਾਂ 'ਚ ਦੁਆ ਕਰਦਾ ਚਲਦੇ ਫਿਰਦੇ, ਤੇ ਫਿਰ ਲੋਕਾਂ ਨੂੰ ਲੱਗਦਾ ਅੱਛਾ ਇਹ ਕਿਸੇ ਨਾਲ ਗੱਲ ਕਰਨ ਦੇ, ਸਾਨੂੰ ਇਹ ਨਹੀਂ ਹੁੰਦਾ ਕਿ ਇਹਦਾ ਦਿਮਾਗ ਖਰਾਬ ਹੈ। ਮੰਗ ਤੇ ਕਈ ਸਮਝਦੇ, ਕਈ ਜਿੱਦਾਂ ਹੁਣ ਆਪਾਂ ਗੱਲ ਕਰਦੇ ਨਾ ਉਹ ਸਮਝਦੇ ਭਾਵੇਂ ਕੀ ਭੌਂਕਣ ਡਿਆ, ਦਿਮਾਗ 'ਚ ਇਹ ਚੱਲਦਾ ਉਹਨਾਂ ਦੇ ਆ ਚੀਜ਼ ਆ ਨਾ। ਤੇ ਅਗਰ ਅਸੀਂ ਇੱਥੇ ਖਤਮ ਕਰਨਾ ਹੈ, ਟਾਈਮ ਹੋ ਗਿਆ ਹੈ, ਤੇ ਅੱਜ ਅਸੀਂ ਕੀ ਗੱਲਬਾਤ ਕੀਤੀ ਹੈ। ਅਸਾਂ ਪਹਿਲਾਂ ਇਹ ਵੇਖਿਆ
ਕਿ ਪੌਲੁਸ ਰਸੂਲ ਕੀ ਚਾਹੁੰਦਾ ਸੀ ਕਰੰਥੀਆਂ ਦੇ ਕਲੀਸਿਆ ਲਈ? ਕੋਈ ਦੱਸੇ ਮੈਨੂੰ, ਜੋ ਸ਼ੁਰੂ ਕੀਤਾ ਸੀ ਆਪਾਂ। ਕਿ ਉਹ ਅਣਜਾਣ ਨਾ ਰਹਿਣ ਹਾਂ, ਇਹ ਚੀਜ਼ਾਂ ਤੋਂ ਦੁਆ ਪ੍ਰਾਰਥਨਾ ਜਾਣ ਤੋਂ ਨਾ ਰਹਿਣ। ਅਣਜਾਣ ਨਾ ਰਹਿਣ। ਸਹੀ। ਤੇ ਕੋਈ ਮੈਨੂੰ ਦੱਸੇ ਅੰਕਲ ਸ਼ਕੀਲ, ਮੈਨੂੰ ਨਹੀਂ ਯਾਦ ਅਗਰ ਤੁਸੀਂ ਸੀ ਇਸ ਵੇਲੇ, ਲੇਕਿਨ ਮੈਂ ਦੱਸਿਆ ਸੀ ਕਿ ਹਨਾ ਕਿਉਂ ਸਾਨੂੰ ਅਣਜਾਣ ਨਹੀਂ ਹੋਣਾ ਚਾਹੀਦਾ, ਕਿ ਕੀ ਹੈ ਫਾਇਦਾ ਜਾਣਕਾਰੀ ਦਾ? ਤੁਹਾਨੂੰ ਯਾਦ ਹੈ ਅੰਕਲ ਜੀ? ਨਹੀਂ, ਮੈਨੂੰ ਯਾਦ ਨਹੀਂ, ਲੇਕਿਨ ਮੈਂ ਆਨਸਰ ਦੇ ਸਕਦਾ ਅਗਰ ਤੁਸੀਂ ਕੀ ਪੁੱਛ ਰਹੇ ਹੋ। ਕਿ ਹਨਾ ਅਗਰ ਅਸੀਂ ਕਿਸੇ ਸ਼ੈ ਦੇ ਬਾਰੇ 'ਚ ਅਣਜਾਣ ਹਾਂ, ਜਿਵੇਂ ਮੈਂ ਦੱਸਿਆ 100 ਸਾਲ ਦੀ ਆਂਟੀ, ਉਹਨੂੰ ਆਈਫੋਨ ਦਵੋ, ਉਹ ਅਣਜਾਣ ਹੈ ਇਹਦੇ ਬਾਰੇ 'ਚ, ਤੇ ਕੀ ਹੋਏਗਾ? ਉਹ ਨਹੀਂ ਯੂਜ਼ ਨਹੀਂ ਕਰ ਪਾਏਗੀ, ਉਹ ਤੇ ਪ੍ਰੋਪਰ ਉਹਨੂੰ ਬੈਨੀਫਿਟ ਨਹੀਂ ਮਿਲ ਸਕਦਾ। ਹਾਂ, ਪਹਿਲੀ ਗੱਲ ਤੁਸੀਂ ਸਹੀ ਫਾਇਦਾ ਨਹੀਂ ਚੁੱਕੋਗੇ, ਤੁਸੀਂ ਗਲਤ ਇਸਤੇਮਾਲ ਕਰੋਗੇ। ਹਾਂਜੀ, ਉਹ ਤਾਂ ਸਹੀ, ਮਤਲਬ ਯੂਸਲੈਸ ਹੋਏਗਾ ਉਹਦੇ ਲਈ ਇੰਨਾ ਐਕਸਪੈਂਸਿਵ ਚੀਜ਼ ਵੀ, ਕਿ ਅਗਰ ਉਹਨੂੰ ਯੂਜ਼ ਹੀ ਨਹੀਂ ਆਉਂਦੀ। ਬਿਲਕੁਲ। ਤੇ ਹਨਾ ਇੰਜ ਹੀ ਮੈਂ ਸ਼ੁਰੂ ਕੀਤਾ ਸੀ ਮੈਸੇਜ ਕਿ ਅਸੀਂ ਕਿਉਂ ਨਹੀਂ ਪਾਕ ਰੂਹ ਦੀ ਕਰਾਮਾਤ, ਉਹਦੇ ਵਰਦਾਨ ਵੇਖਦੇ ਕਲੀਸਿਆ 'ਚ ਜਦੋਂ ਅਸੀਂ ਇਕੱਠੇ ਹੋਣੇ ਆ, ਕਿਉਂਕਿ ਅਸੀਂ ਅਣਜਾਣ ਹਾਂ। ਲੇਕਿਨ ਸਾਵਲ ਇੱਕ ਹੋਰ ਵੀ ਗੱਲ ਹੈ ਕਿ ਨੇਮਤੇ ਤੋਂ ਤਰ੍ਹਾਂ ਤਰ੍ਹਾਂ ਸੀ। ਖੁਦਾ ਕਿਸੇ ਨੂੰ ਸ਼ਿਫਾ ਦੀ ਨੇਮਤ ਦਿੰਦਾ ਹੈ, ਕਿਸੇ ਨੂੰ ਗੈਰ ਜ਼ੁਬਾਨ ਦੀ ਨੇਮਤ ਦਿੰਦਾ, ਕਿਸੇ ਨੂੰ ਉਹ ਡਿਫਰੈਂਟ, ਲੇਕਿਨ ਇਹ ਉਹਦੀ ਮਰਜ਼ੀ ਹੈ ਜਿਹਨੂੰ ਉਹ ਦੇਵੇ। ਲੇਕਿਨ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਇਹ ਹੋਣੀ ਚਾਹੀਦੀ ਕਿ ਆਪਣਾ 100% ਦਈਏ, ਤਾਂ ਕਿ ਸਾਨੂੰ ਕਿਹੜੀ ਚੀਜ਼ ਨਾਲ ਬਲੈਸ ਕਰਦਾ। ਹਾਂ ਜੀ, ਬਿਲਕੁਲ। ਅਗਰ ਮੈਂ ਹੁਣ ਅਗਰ ਗਲਤੀ ਨਹੀਂ ਕਰ ਰਿਹਾ, ਲੇਕਿਨ ਇਹ ਹਾਂ ਅੱਛੀ ਗੱਲ ਹੈ, ਖੁਦਾ ਸਾਨੂੰ ਇਹ ਵੀ ਨੇਮਤ ਦੇਵੇ, ਸਾਨੂੰ ਖੁਦਾ ਕੋ ਮੰਗਣੀ ਚਾਹੀਦੀ। ਲੇਕਿਨ ਹੋ ਸਕਦਾ ਖੁਦਾ ਸਾਨੂੰ ਸ਼ਿਫਾ ਦੀ ਨੇਮਤ ਦੇ ਦੇ, ਕਿ ਅਸੀਂ ਦੁਆ ਕਰੀਏ, ਖੁਦ ਸਾਡੇ ਕੋਲ ਸ਼ਿਫਾ ਦੀ ਨੇਮਤ ਖੁਦਾ ਚਾਹੁੰਦਾ ਕਿ ਅਸੀਂ ਸ਼ਿਫਾ ਦੇਈਏ ਲੋਕਾਂ ਨੂੰ। ਮੈਂ ਕਈ ਐਸੇ ਪਾਸਟਰ ਦੇਖੇ ਨੇ, ਉਹਨਾਂ ਨੂੰ 25-25 ਸਾਲ ਹੋ ਗਏ ਨੇ, ਉਹਨਾਂ ਦੇ ਕੋਲ ਇਹ ਨੇਮਤ ਨਹੀਂ, ਲੇਕਿਨ ਉਹ ਦੁਆ ਕਰਦੇ ਨੇ ਤੇ ਉਹ ਲੋਕੀ ਸ਼ਿਫਾ ਪਾਉਂਦੇ ਨੇ। ਮੇਰੀ ਅੰਡਰਸਟੈਂਡਿੰਗ ਹੈ, ਕਹਿ ਰਹੀ, ਹੋ ਸਕਦਾ ਮੈਂ ਕਿਸੇ ਤਰੀਕੇ ਨਾਲ। ਨਹੀਂ, ਹਾਂ ਬਿਲਕੁਲ ਸਹੀ ਹੈ ਕਿ ਕਲੀਸਿਆ 'ਚ ਜਦੋਂ ਅਸੀਂ ਇਕੱਠੇ ਹੋਣਾ, ਪਾਕ ਰੂਹ ਦੀ ਮਰਜ਼ੀ ਹੈ ਕਿ ਕਿਹਨੂੰ ਦਵੇ। ਹਾਂਜੀ, ਬਿਲਕੁਲ ਬਿਲਕੁਲ। ਲੇਕਿਨ ਜਿਵੇਂ ਪੌਲੁਸ ਮੈਂ ਆਖਿਆ ਕਿ ਜਦੋਂ ਅਸੀਂ ਕਿਸੇ ਸ਼ੈ ਦੇ ਬਾਰੇ 'ਚ ਨਹੀਂ ਜਾਣਦੇ ਤੇ ਫਿਰ ਅਸੀਂ ਨਹੀਂ ਵੇਖਾਂਗੇ ਉਹ ਸ਼ੈ। ਹਾਂਜੀ, ਬਿਲਕੁਲ। ਤੇ ਇਸ ਲਈ ਜਦੋਂ ਅਸੀਂ ਜਾਣਕਾਰੀ ਪਾਵਾਂਗੇ ਤੇ ਫਿਰ ਪਾਕ ਰੂਹ ਦਵੇਗਾ। ਔਰ ਅਗਰ ਸਾਡੇ ਕੋਲ ਇੰਨਾ ਖੁਦਾ ਦੇ ਨਾਲ ਵਕਤ ਗੁਜ਼ਾਰਾਂਗੇ ਤੇ ਅਸੀਂ ਸਮਝ ਸਕਾਂਗੇ ਅਗਰ ਦੂਸਰਾ ਆਦਮੀ ਵੀ ਕੁਝ ਬੋਲ ਰਿਹਾ ਤੇ ਉਹ ਸਾਡੇ ਲਈ ਕੀ ਬਰਕਤ ਦਾ ਬਾਇਸ ਹੈ। ਤੇ ਜਦ ਸਾਡੇ ਕੋਲ ਇੰਨਾ ਨੌਲੇਜ ਹੀ ਨਹੀਂ ਹੋਏਗਾ ਜਾਂ ਸਾਡੀ ਖੁਦਾ ਨਾਲ ਇੰਨੀ ਰਫਾਕਤ ਨਹੀਂ ਹੋਏਗੀ, ਤੇ ਫਿਰ ਸਾਡੇ ਲਈ ਉਹ ਵੀ ਇੱਕ ਬੇਫਾਇਦਾ ਹੀ ਹੋਏਗੀ। ਅਗਰ ਸਾਡੇ ਸਾਹਮਣੇ ਅਗਰ ਕੋਈ ਬੋਲ ਵੀ ਰਿਹਾ, ਹੋ ਸਕਦਾ ਖੁਦਾ ਸਾਨੂੰ ਸਿਰਫ ਸਮਝਣ ਦੀ ਦੇ ਦੇਵੇ ਨੇਮਤ, ਕਿ ਤੁਸੀਂ ਸਮਝ ਰਹੇ ਹੋ, ਜਿਵੇਂ ਤੁਸੀਂ ਟ੍ਰਾਂਸਲੇਟ ਕਰ ਦਿਓ ਕਿਸੇ ਦਾ। ਹਾਂ ਜੀ। ਤੇ ਅਸਾਂ ਇਹ ਗੱਲ ਕੀਤੀ ਕਿ ਅਸਾਂ ਅਣਜਾਣ ਨਹੀਂ ਰਹਿਣਾ। ਆਮੀਨ। ਹਾਂਜੀ, ਬਿਲਕੁਲ। ਤੇ ਮੈਂ ਸਪੈਸੀਫਿਕਲੀ ਗੈਰ ਜ਼ੁਬਾਨਾਂ ਦੀ ਗੱਲ ਨਹੀਂ ਕਰਨ ਡਿਆ, ਲੇਕਿਨ ਜੋ ਪਾਕ ਰੂਹ ਦੀ ਮਦਾਖਲਤ ਹੈ ਤੇ ਤਾਕਤ ਸਾਡੀ ਜ਼ਿੰਦਗੀ 'ਚ, ਉਹਦਾ ਕੀ ਹੈ ਫਾਇਦਾ? ਇਸ ਨੂੰ ਯਾਦ ਅਸੀਂ ਆਪਣੇ ਆਪ 'ਚ ਕੌਨਫੀਡੈਂਟ ਹੋਵਾਂਗੇ, ਸਾਡੇ 'ਚ ਇੱਕ ਮਤਲਬ ਕੁਵਤ ਹੋਏਗੀ। ਬਿਲਕੁਲ, ਸਾਡੇ 'ਚ ਇੱਕ ਤਾਕਤ ਹੋਏਗੀ, ਕੁਵਤ ਹੋਏਗੀ। ਅਸੀਂ ਹਰ ਚੀਜ਼ ਦੇ ਵਿੱਚ ਸਾਡੇ 'ਚ ਕੌਨਫੀਡੈਂਟ ਹੋਏਗਾ, ਕਿਉਂਕਿ ਅਸੀਂ ਉਸ ਚੀਜ਼ ਨਾਲ ਵਕਤ ਗੁਜ਼ਾਰ ਰਹੇ ਹਾਂ। ਇਹ ਉਹੀ ਗੱਲ ਹੁੰਦੀ ਕਿ ਉਸ ਚੀਜ਼ ਨੂੰ ਜਾਣਿਆ ਅਸੀਂ। ਹਾਂ, ਤੇ ਜੋ ਮੈਂ ਦੋ ਗੱਲਾਂ ਕੀਤੀਆਂ ਸਨ ਕਿ ਦੋ ਜੋ ਫਾਇਦੇ ਨੇ ਨਾ, ਕਿ ਪਾਕ ਰੂਹ ਦੀ ਤਾਕਤ ਸਾਡੀ ਜ਼ਿੰਦਗੀ 'ਚ। ਯਾਦ ਹੈ ਲਾਡੀ ਭਾਈ? ਅੱਖਾਂ ਖੋਲ ਕੇ। ਨਹੀਂ, ਮੈਂ ਸੁਣ ਰਿਹਾ ਧਿਆਨ ਨਾਲ। ਹਾਂਜੀ, ਹਾਂ, ਕਿ ਪਾਕ ਰੂਹ ਦੇ ਜਿਹੜੇ ਤਾਕਤ ਹੈ ਤੇ ਮੌਜਾਂ ਦੇ ਦੁਆਰਾ ਅਸੀਂ ਗੈਰ ਵਿਸ਼ਵਾਸੀਆਂ ਨੂੰ ਯਿਸੂ ਕੋਲ ਲੈ ਕੇ ਆ ਸਕਦੇ ਹਾਂ। ਹਾਂਜੀ। ਆਮੀਨ। ਤੇ ਦੀਪਕ ਭਾਈ, ਤੁਹਾਨੂੰ ਯਾਦ ਹੈ ਦੂਜੀ ਗੱਲ ਜਿਹੜੀ ਮੈਂ ਆਖੀ ਸੀ? ਮੈਂ ਮਿਸਾਲ ਦਿੱਤੀ ਸੀ ਸਾਡੀ ਬਾਈਬਲ ਸਟੱਡੀ ਦੀ, ਕਿ ਜਦੋਂ ਮੈਂ ਸ਼ੁਰੂ ਕਰਨ ਵਾਲਾ ਸੀ ਤੇ ਫਿਰ ਹਾਂ, ਜਦੋਂ ਸ਼ੁਰੂ ਕਰਨਾ, ਪਾਕ ਰੂਹ ਨੇ ਤੁਹਾਨੂੰ ਕਿਹਾ ਸੀ ਕਿ ਮਤਲਬ ਤੁਸੀਂ ਵਾਕ ਮਾਰਚ ਹੁਣੇ ਗੱਲ ਕਹੀ ਯਾਰ, ਮੈਂ ਇਹ ਗੱਲ ਕੀਤੀ ਹੁਣੇ ਗੱਲ ਕੀਤੀ ਸੀ, ਪਤਾ।
ਕਿ ਜੋ ਪਵਿੱਤਰ ਆਤਮਾ ਤੁਹਾਨੂੰ ਦੱਸਣਾ ਚਾਹੇ, ਜਿੱਦਾਂ ਤੁਸੀਂ ਆਪਣਾ ਤੁਸੀਂ ਨੋਟਿਸ ਕਰਦੇ ਹੋ, ਪਰ ਉਹ ਤੈਨੂੰ ਮੈਸੇਜ ਨਹੀਂ ਦੱਸਣਾ ਚਾਹੁੰਦਾ, ਕਿਉਂਕਿ ਉਹ ਜੋ ਤੂੰ ਪਵਿੱਤਰ ਆਤਮਾ ਤੈਨੂੰ ਦੱਸ ਰਹੀ ਸੀ, ਤੁਸੀਂ ਉਹ ਬੋਲਣਾ ਸੀ। ਉਹਨੇ ਇਹ ਤੁਹਾਨੂੰ ਹੁਕਮ ਦਿੱਤਾ, ਦੱਸ ਰਹੀ ਨਹੀਂ ਸੀ, ਦੱਸ ਰਿਹਾ ਸੀ। ਦੱਸ ਰਿਹਾ ਸੀ, ਪਵਿੱਤਰ ਆਤਮਾ ਦੱਸ ਰਿਹਾ ਸੀ ਕਿ ਉਹ ਮਤਲਬ ਇਹ ਜਿਹੜਾ ਆਪਣਾ ਦੇਣਾ, ਮਤਲਬ ਸਟੱਡੀ ਕਰਨੀ ਹੈ, ਕੋਈ ਵੀ ਬਾਤ ਕਰਨੀ, ਉਹ ਤੁਸੀਂ ਸਹੀ। ਅਸੀਂ ਜੋ ਗਿਆਨ ਰੱਖਨੇ ਆ ਆਣਗੇ ਜਿੱਥੇ ਉਹ ਕੱਟ ਹੋ ਜਾਏਗਾ, ਸਾਨੂੰ ਨਹੀਂ ਪਤਾ ਕੀ ਕਰਨਾ ਹੈ। ਸਾਨੂੰ ਲੋੜ ਹੈ ਕਿ ਪਾਕ ਰੂ ਫਿਰ ਸਾਨੂੰ ਦੱਸੇ, ਪਾਕ ਰੂ ਦੀ ਤਾਕਤ ਅਸੀਂ ਵੇਖੀ ਹੈ, ਸਾਨੂੰ ਦੱਸੇਗਾ ਜੋ ਅਸੀਂ ਕਦੀ ਆਪਣੇ ਨੈਚੁਰਲ ਸੋਚਾਂ ਨਾਲ, ਆਪਣੇ ਮਾਈਂਡ ਨਾਲ ਕਦੀ ਨਹੀਂ ਜਾਣ ਸਕਦੇ ਸੀ, ਉਹ ਸਾਨੂੰ ਦੱਸੇਗਾ। ਤੇ ਇਹ ਨੇ ਦੋ ਫਾਇਦੇ ਅਸੀਂ ਵੇਖੇ। ਤੇ ਫਿਰ ਅਸਾਂ ਵੇਖਿਆ ਕਿ ਦੋ ਕਿਸਮ ਨੇ ਗੈਰ ਜ਼ੁਬਾਨਾਂ ਦੀਆਂ। ਇੱਕ ਹੈ ਜੋ ਤੁਸੀਂ ਇਕੱਲੇ ਕਰਦੇ ਹੋ, ਜੋ ਕਲਾਮ ਦੱਸਦਾ ਕਿ ਹਰ ਮਸੀਹੀ ਨੂੰ ਕਰਨਾ ਚਾਹੀਦਾ। ਦੂਜੀ ਕਲੀਸਿਆ ਚ ਹੁੰਦਾ, ਕਲੀਸਿਆ ਚ ਜੋ ਹੁੰਦਾ ਹੈ ਉਹ ਦੂਜਿਆਂ ਦੇ ਸੁਣਨ ਲਈ ਹੈ, ਉਹਦੇ ਤਰਜਮੇ ਦੀ ਲੋੜ ਹੈ, ਤੇ ਉਹ ਪਾਕ ਰੂਹ ਦਿੰਦਾ ਹੈ ਆਪਣੀ ਮਰਜ਼ੀ ਦੇ ਮੁਤਾਬਿਕ। ਸਹੀ। ਤੇ ਅਗਲੇ ਹਫਤੇ ਫਿਰ ਅਸੀਂ ਵੇਖਾਂਗੇ ਕਿ ਜੋ ਚਰਚ 'ਚ ਪਬਲਿਕ ਗੈਰ ਜ਼ੁਬਾਨ ਹੁੰਦੀ ਹੈ ਉਹ ਕਿੰਜੇ ਹੁੰਦੀ ਹੈ। ਅਸਾਂ ਪ੍ਰਾਈਵੇਟ ਦੀ ਗੱਲ ਕੀਤੀ ਹੈ, ਜੋ ਪ੍ਰਾਈਵੇਟ ਗੈਰ ਜ਼ੁਬਾਨ ਹੁੰਦੀ ਹੈ ਉਹਦਾ ਕੀ ਹੈ ਫਾਇਦਾ, ਕੀ ਹੈ ਮਕਸਦ? ਉਹ ਤੁਹਾਡੇ ਵਾਸਤੇ ਆ ਜਿਹੜਾ ਤੁਸੀਂ ਆਪ ਬੋਲਦੇ ਹੋ, ਤੇ ਜਿਹੜੀ ਤੁਸੀਂ ਕਲੀਸਿਆ 'ਚ ਬੋਲਦੇ ਹੋ, ਕਲੀਸਿਆ ਵਾਸਤੇ, ਕਲੀਸਿਆ ਨੂੰ ਫਾਇਦਾ ਮਿਲਦਾ। ਹਾਂ, ਤੁਸੀਂ ਖੁਦ ਹੀ ਕਰਨ ਦੇ ਹੋ, ਤੇ ਉਹ ਕੀ ਕਰਦਾ ਤੁਹਾਡੇ ਲਈ, ਫਾਇਦਾ ਕੀ ਹੈ? ਉਹ ਤੁਹਾਨੂੰ ਫਾਇਦਾ ਹੁੰਦਾ, ਤੁਹਾਡੀ ਜਿੱਦਾਂ ਕੌਨਫੀਡੈਂਸ ਵੱਧਦਾ ਵਾਸਤੇ, ਤੁਸੀਂ ਹੋਰ ਬੜੋਤਰੀ ਵਾਸਤੇ, ਵਿਸ਼ਵਾਸ, ਤੁਹਾਨੂੰ ਬਹੁਤ ਕੁਝ ਮਿਲਦਾ ਹੈ। ਜਿੱਦਾਂ ਆਪ ਤੁਹਾਨੂੰ ਰੂਹਾਨੀ ਤੌਰ ਤੇ ਤਗੜਾ ਕਰਦਾ ਹੈ। ਤਗੜਾ ਬਣਾਉਂਦਾ। ਹਾਂਜੀ, ਓਕੇ, ਸਹੀ। ਇੱਥੇ ਅਸੀਂ ਐਂਡ ਕਰਨੇ ਆ। ਖੁਦਾ ਦਾ ਸ਼ੁਕਰ ਹੈ।